ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਲੋਕ ਨਿਕੰਦ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਨਿਤ ਧਿਆਵੋ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਬਿਘਨਨ ਕੇ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਓ ਤੇਗ ਬਹਾਦਰ ਪਰਮ ਵਾਹਿਗੁਰੂ ਪਰਮ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਕਰੋ ਤਰਾ ਪਰ ਪੁੰਨ ਪੁੰਨ ਸੀਸਾ ਵਾਹਿਗੁਰੂ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਨਿਸ਼ਾਨੀ ਚੰਦ ਵਾਹਿਗੁਰੂ ਸਿੱਖ ਮੁਖ ਜਪੈ ਜਬ ਮਿਲੈ ਸੋ ਦੋਈ ਪੈਰੀ ਪਵਣਾ ਸਤਿਗੁਰੂ आपस में होई जुत सने सिमरन करें गुर दर्शन पावें नई रीत गुर सदन की पिख जगत रिसावें वाहिगुरु जी का खालसा वाहिगुरु जी की फतेह। धन धन गुरदेव जिस संग हर जपे गुरु कृपाल जपे ताप गुण सब छपे। ऐसे करण कारण दीन दयाल भगत वत्सल अनाथ नाथ जगत गुरु श्री गुरु ग्रंथ साहिब जी महाराज जी दी पवित्र पावन हजूरी अंदर जुड़ बैठी गुरु की साजी और नवाजी हुई गुरु का खास रूप गुरु खालसा साध संगत वड्डिया भागां वाले हो के संध्या वेले दे सजे हुए दीवाना च हाजरियां के हरि जस सरवण करके अपना जीवन सफल बना रहे। अस्सू दे महीने दी सकरांत दा दिन है
ਪੰਜਵੇਂ ਪਾਤਸ਼ਾਹ ਫਰਮਾਉਂਦੇ ਹਨ, ਅਸੁਨ ਪ੍ਰੇਮ ਉਮਾਹੜਾ ਕਿਉਂ ਮਿਲੀਐ ਹਰ ਜਾਏ, ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਏ। ਇਹ ਤਾਂਗ ਅੱਸੂ ਦੇ ਮਹੀਨੇ 'ਚ ਜਗਿਆਸੂਆਂ ਦੇ ਹਿਰਦੇ 'ਚ ਉਪਜੇ, ਪ੍ਰੇਮ ਵਿੱਚ ਆ ਕੇ ਪ੍ਰਮਾਤਮਾ ਨੂੰ ਮਿਲਣ ਦਾ ਉਮਾਹ ਤੇ ਉਤਸ਼ਾਹ ਜਾਗੇ ਕਿ ਕਿਵੇਂ ਉਸ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵਿੱਚ ਜਾ ਕੇ ਅਭੇਦ ਹੋਈਏ। ਮਨ ਔਰ ਤਨ ਵਿੱਚ ਉਸ ਪ੍ਰਭੂ ਦੇ ਦਰਸ਼ਨਾਂ ਦੀ ਘਣੀ ਬਹੁਤੀ ਪਿਆਸ ਹੈ। ਕੋਈ ਰੱਬ ਦਾ ਪਿਆਰਾ ਆਵੇ ਜਿਹੜਾ ਉਸ ਵਾਹਿਗੁਰੂ ਦੇ ਸਰੂਪ 'ਚ ਮਿਲਾ ਕੇ ਅਭੇਦ ਕਰ ਦੇਵੇ। ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹੋ ਤਿਸ ਪਹਿ ਆਪ ਵਿਚਾਈ, ਦਰਸ਼ਨ ਹਰ ਦੇਖਣ ਕੈ ਤਾਈ। ਫਿਰ ਇਹ ਅੱਸੂ ਦਾ ਮਹੀਨਾ ਉਹਨਾਂ ਜੀਵ ਰੂਪੀ ਇਸਤਰੀਆਂ ਲਈ ਸੁਖਦਾਈ ਹੈ। ਉਹ ਅੱਸੂ ਦੇ ਇਸ ਮਹੀਨੇ 'ਚ ਸੁੱਖ ਨਾਲ ਵਸਦੀਆਂ ਨੇ ਜਿਨ੍ਹਾਂ ਤੇ ਹਰੀ ਰਾਜੇ ਪਰਮੇਸ਼ਰ ਦੀ ਦਇਆ ਵਰਤਦੀ। ਸਤਿਗੁਰੂ ਜੀ ਕਿਰਪਾ ਕਰਨ ਅੱਸੂ ਦਾ ਇਹ ਮਹੀਨਾ ਸਤਿਗੁਰਾਂ ਦੀ ਸੰਗਤ ਕਰਦਿਆਂ ਸੇਵਾ ਸਿਮਰਨ ਕਰਦਿਆਂ ਬਤੀਤ ਹੋਵੇ, ਨਹੀਂ ਤਾਂ ਬਹੁਤਿਆਂ ਦੇ ਦਿਲਾਂ ਵਿੱਚ ਇਸ ਪ੍ਰਕਾਰ ਦੀ ਡਾਮਾਡੋਲਤਾ ਵੀ ਰਹਿੰਦੀ ਹੈ। ਅੱਗੇ ਕਾਮ ਪਿਛੈ ਰੁੱਤ ਜਾਡਾ, ਦੇਖ ਚਲਤ ਮਨ ਡੋਲੈ, ਕਿ ਭਰ ਜਵਾਨੀ ਦੀ ਅਵਸਥਾ ਦੇ ਵਿੱਚ ਅੱਗ ਇਹ ਤਪਦਾ ਰਿਹਾ ਵਿਸ਼ੇ ਵਿਕਾਰਾਂ ਦੀ ਅੱਗ ਵਿੱਚ। ਹੁਣ ਅੱਗੇ ਜਾਡਾ ਬੁਢੇਪਾ ਆਇਆ ਹੈ, ਜਰਾ ਅਵਸਥਾ ਆਈ ਹੈ, ਉਸ ਨੂੰ ਵੇਖ ਕੇ ਮਨ ਡਾਵਾਂ ਡੋਲ ਹੈ। ਪਰ ਅੱਸੂ ਦੇ ਮਹੀਨੇ 'ਚ ਜਿਨ੍ਹਾਂ ਦੇ ਉੱਤੇ ਵਾਹਿਗੁਰੂ ਪਰਮੇਸ਼ਰ ਦੀ ਦਇਆ ਵਰਤਦੀ ਹੈ ਉਹ ਫਿਰ ਸੁੱਖ ਨਾਲ ਵਸਦੇ ਹਨ। ਗੁਰੂ ਚਰਨਾਂ 'ਚ ਰਜੋਈ ਹੈ ਕਿ ਮਹੀਨਾ ਗੁਰੂ ਕੀ ਸੰਗਤ ਕਰਦਿਆਂ, ਬਾਣੀ ਪੜ੍ਹਦਿਆਂ, ਸੇਵਾ ਸਿਮਰਨ ਕਰਦਿਆਂ, ਭਜਨ ਕਰਦਿਆਂ, ਗੁਰੂ ਕੀ ਸੰਗਤ ਕਰਦਿਆਂ ਸੁੱਖਾਂ ਦਾ ਬਤੀਤ ਹੋਵੇ। ਲੜੀਵਾਰ ਕਥਾ ਗੁਰੂ ਪਾਤਸ਼ਾਹ ਦੇ ਜੀਵਨ ਦੀ, ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਦਾ ਇਤਿਹਾਸ। ਆਪ ਜੀ ਬਹੁਤ ਹੀ ਅਦਬ ਸਤਕਾਰ ਸ਼ਰਧਾ ਭਾਵਨਾ ਸਹਿਤ ਸਰਵਣ ਕਰ ਰਹੇ ਹੋ। ਮਹਾਰਾਜ ਜੀ ਦਾ ਨਿਤ ਵਿਵਹਾਰ, ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਉੱਠਦੇ ਹਨ। ਭਾਈ ਬੱਲੂ ਜੀ ਗੁਰਦੇਵ ਨੂੰ ਇਸ਼ਨਾਨ ਕਰਾਉਂਦੇ ਨੇ। ਸਵੱਛ ਵਸਤਰ ਧਾਰਨ ਕਰਕੇ ਇੱਕ ਜੋੜੀ ਮਹਾਰਾਜ ਜੀ ਵਸਤਰਾਂ ਦੀ ਰੱਖਦੇ, ਉਸ ਤੋਂ ਵੱਧ ਵਸਤਰ ਖਜ਼ਾਨੇ 'ਚ ਨਹੀਂ ਰੱਖਦੇ। ਆਪਣੇ ਨਿਜ ਧਿਆਨ ਸਵਰੂਪ ਵਿੱਚ ਦਿਨ ਚੜ੍ਹਦਿਆਂ ਤੱਕ ਅਭੇਦ ਹੋ ਕੇ ਬੈਠਦੇ, ਫਿਰ ਦੀਵਾਨ 'ਚ ਸੱਜ ਕੇ ਦਿਨ ਦੇ ਦੂਜੇ ਪਹਿਰ ਤਾਈਂ ਦਰਸ਼ਨ ਦਿੰਦੇ। ਦੁਪਹਿਰ ਸਮੇਂ ਮਹਾਰਾਜ ਜੀ ਓਗਰਾ ਛਕਦੇ ਲੂਣਾ, ਔਰ ਕੁਝ ਸਮਾਂ ਆਰਾਮ ਕਰਕੇ ਦਿਨ ਦੇ ਪਿਛਲੇ ਪਹਿਰ ਪੰਡਤ ਕੇਸ਼ੋ ਦਾਸ ਜੀ ਆਉਂਦੇ, ਉਹ ਕਥਾ ਕਰਦੇ, ਮਹਾਰਾਜ ਦੀਵਾਨ 'ਚ ਕਥਾ ਸੁਣਦੇ। ਰਾਤ ਦੇ ਪਹਿਲੇ ਪਹਿਰ ਤਾਈਂ ਕਥਾ ਕੀਰਤਨ ਦੇ ਪ੍ਰਵਾਹ ਚੱਲਦੇ ਰਹਿੰਦੇ। ਔਰ ਗੁਰਦੇਵ ਨੇ ਹੁਕਮ ਕੀਤਾ ਹੈ ਕਿ ਲੰਗਰਾਂ ਵਿੱਚ ਉਤਨੀ ਕੁ ਰਸਤ ਲੈਣੀ ਹੈ ਜਿੰਨੀ ਕਿ ਇੱਕ ਦਿਨ 'ਚ ਪੱਕ ਜਾਵੇ। ਕੱਚਾ ਸਿੱਧਾ ਇੱਕ ਦਿਨ ਤੋਂ ਵੱਧ ਨਹੀਂ ਸੀ ਅਗਲੇ ਦਿਨ ਵਾਸਤੇ ਜੋੜ ਕੇ ਰੱਖਦੇ। ਜਿਹੜਾ ਲੰਗਰ ਸ਼ਾਮ ਨੂੰ ਵੱਧ ਜਾਂਦਾ, ਉਹ ਵਧਿਆ ਹੋਇਆ ਲੰਗਰ ਜਾਂ ਤਾਂ ਨਗਰ 'ਚ ਵੰਡ ਦਿੰਦੇ, ਪਸ਼ੂਆਂ 'ਚ ਵੰਡ ਦਿੰਦੇ। ਫਿਰ ਵੀ ਵੱਧ ਜਾਵੇ ਤੇ ਦਰਿਆ ਵਿੱਚ ਜਲ ਪ੍ਰਵਾਹ ਕਰ ਦਿੰਦੇ। ਗਾਗਰਾਂ ਤੱਕ ਪਾਣੀ ਦੀਆਂ ਡੁਲਵਾ ਕੇ ਮੂਧੀਆਂ ਮਰਵਾ ਦਿੰਦੇ। ਇੱਕ ਵੀ ਬੰਦੇ ਦਾ ਭੋਜਨ ਅਗਲੇ ਦਿਨ ਵਾਸਤੇ ਨਾ ਕੱਚਾ ਨਾ ਪੱਕਾ ਰੱਖਦੇ ਹਨ। ਐਸੀ ਭਿਅੰਗਮਾਂ ਤੇ ਦਰਵੇਸ਼ਾਂ ਵਾਲੀ ਬਿਰਤੀ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੀ ਹੈ। ਇਹ ਨੇਮ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਚਲਾਇਆ ਹੈ। ਇੱਕ ਦਿਨ 'ਚ ਜਿੰਨਾ ਖਰਚ ਹੁੰਦਾ ਹੈ ਉਹਨੇ ਅੰਨ ਤੋਂ ਔਰ ਉਤਨੇ ਧਨ ਤੋਂ, ਧਨ ਵੀ ਉਹਨਾਂ ਜਿਹੜਾ ਇੱਕ ਦਿਨ 'ਚ ਖਰਚ ਹੋ ਜਾਏ। ਅਗਲੇ ਦਿਨ ਫੇਰ ਪਾਰ ਬ੍ਰਹਮ ਪਰਮੇਸ਼ਰ ਤੇ ਭਰੋਸਾ ਰੱਖਦੇ ਵੀ ਜੇ ਦਿਨ ਚਾੜੇਗਾ ਵਾਹਿਗੁਰੂ ਤੇ ਫਿਰ ਉਹ ਦੇਵੇਗਾ ਵੀ, ਉਹ ਦਾਤਾ ਹੈ, ਸਭ ਨੂੰ ਪਾਲਣੇ ਵਾਲਾ ਹੈ। ਐਸਾ ਭਰੋਸਾ ਉਸ ਨਿਰੰਕਾਰ ਪਰਮੇਸ਼ਰ ਤੇ ਕਰਨਾ, ਇਹ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ ਜੀ ਸਿਖਾ ਰਹੇ ਹਨ। ਆਓ ਸਤਿਗੁਰੂ ਜੀ ਦੇ ਪਵਿੱਤਰ ਚਰਨਾਂ ਵਿੱਚ
ਆਪਣਾ ਧਿਆਨ ਜੋੜਦੇ ਹੋਇਆਂ ਮਨ ਬਿਰਤੀਆਂ ਦੀ ਇਕਾਗਰਤਾ ਵਾਸਤੇ ਸਮੂਹ ਮਾਈ ਭਾਈ ਆਖੋ ਜੀ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਨਿਸ਼ਾਨੀ ਚੰਦ ਵਾਹਿਗੁਰੂ ਸਿੱਖ ਮੁਖ ਜਪੇ ਜਬ ਮਿਲੇ ਸੋ ਦੋਈ। ਗੁਰੂ ਕੇ ਸਿੱਖ ਜਦੋਂ ਵੀ ਆਪਸ ਵਿੱਚ ਇਕੱਤਰ ਹੁੰਦੇ ਜਾਂ ਇਕਾਂਤ ਵਿੱਚ ਹੁੰਦੇ ਵਾਹਿਗੁਰੂ ਦਾ ਭਜਨ ਕਰਦੇ, ਤੇ ਜਦੋਂ ਸਿੱਖ ਆਪਸ ਵਿੱਚ ਮਿਲਦੇ ਹਨ ਦੋਵੇਂ ਆਮੋ ਸਾਹਮਣੇ ਆ ਕੇ ਪੈਰੀ ਪਵਣਾ ਸਤਿਗੁਰੂ ਆਪਸ ਮੈਂ ਹੋਈ। ਜਦੋਂ ਮਿਲਦੇ ਨੇ, ਜਿਵੇਂ ਹੁਣ ਆਪਾਂ ਫਤਿਹ ਗਜਾਉਂਦੇ ਆ, ਸਤਿਗੁਰਾਂ ਦੇ ਗੁਰੂ ਅਮਰਦਾਸ ਸਾਹਿਬ ਜੀ ਦੇ ਵੇਲੇ ਪੈਰੀ ਪਵਣਾ ਕਹਿੰਦੇ ਸਨ ਕਿ ਪੈਰੀ ਪੈਨੇ। ਪੈਰੀ ਪਵਣਾ ਇੱਕ ਨੇ ਕਹਿਣਾ, ਅਗਲੇ ਸਿੱਖ ਨੇ ਕਹਿਣਾ ਗੁਰੂ ਸਾਹਿਬ ਦੇ ਚਰਨਾਂ 'ਚ, ਯਾਨੀ ਕਿ ਬੰਦਿਆਂ ਦੇ ਚਰਨਾਂ 'ਚ ਨਹੀਂ, ਪੈਰੀ ਪਵਣਾ ਤਾਂ ਸਤਿਗੁਰਾਂ ਦੇ ਚਰਨਾਂ 'ਚ। ਇਉਂ ਅੱਗੋਂ ਜਵਾਬ ਦਿੰਦੇ ਸਨ। ਖਾਲਸਾ ਜੀ ਉਦਾਸੀਨ ਸੰਪਰਦਾਏ ਜੋ ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਜੀ ਤੋਂ ਚੱਲੀ ਹੈ, ਉਹਨਾਂ ਵਿੱਚ ਹੁਣ ਵੀ ਇਹੀ ਮਰਿਆਦਾ ਹੈ। ਉਹ ਕਿਉਂਕਿ ਉਦਾਸੀ ਭੇਖ ਦੀ ਮਰਿਆਦਾ ਹੈ, ਸਾਰੀ ਸਤਿਗੁਰਾਂ ਦੀ ਮਰਿਆਦਾ, ਜਿੰਨੀਆਂ ਸੰਪਰਦਾਵਾਂ ਨੇ ਗੁਰੂ ਕੀਆਂ ਨੇ, ਔਰ ਉਹਨਾਂ ਦੀ ਮਰਿਆਦਾ ਵੀ ਗੁਰੂ ਕੀ ਹੈ। ਉਹ ਹੁਣ ਵੀ ਜਦੋਂ ਮਿਲਦੇ ਤੇ ਦੂਰੋਂ ਮਿਲ ਕੇ ਕਹਿੰਦੇ ਮੱਥਾ ਟੇਕਦਾ। ਸੋ ਇਸ ਪ੍ਰਕਾਰ ਇਹ ਸੰਪਰਦਾਵਾਂ ਦੀ ਕਈ ਵਾਰੀ ਜਿਹਨਾਂ ਨੂੰ ਨਹੀਂ ਪਤਾ ਹੁੰਦਾ ਉਹ ਵੇਖ ਕੇ ਸ਼ੰਕਾਗ੍ਰਸਤ ਹੋ ਜਾਂਦੇ। ਖੈਰ, ਤੋਂ ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ ਗੁਰਸਿੱਖਾਂ ਦੀ ਆਪਸ ਵਿੱਚ ਮਿਲਣ ਦੀ ਇਹ ਮਰਿਆਦਾ ਹੈ ਕਿ ਜਦੋਂ ਮਿਲਦੇ ਇੱਕ ਦੂਜੇ ਨੂੰ ਪੈਰੀ ਪਵਣਾ ਕਹਿੰਦੇ ਹਨ। ਜੁਤ ਸਨੇ ਸਿਮਰਨ ਕਰੇ ਗੁਰ ਦਰਸ਼ਨ ਪਾਵੇ। ਬੜੇ ਸਨੇਹ ਨਾਲ ਗੁਰਸਿੱਖ ਬੜੇ ਹੀ ਪ੍ਰੇਮ ਨਾਲ ਸਤਿਗੁਰਾਂ ਦਾ ਸਿਮਰਨ ਕਰਦੇ ਨੇ। ਵਾਹਿਗੁਰੂ 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 ਇਹ ਭਜਨ ਕਰਦੇ ਹਨ, ਔਰ ਫਿਰ ਬੜੇ ਪ੍ਰੇਮ ਨਾਲ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਕਰਦੇ ਹਨ। ਨਹੀਂ ਰੀਤ ਗੁਰ ਸਦਨ ਕੀ ਪਿਕ ਜਗਤ ਰਿਸਾਵੇ। ਗੁਰੂ ਘਰ ਦੀ ਇਹ ਨਵੀਂ ਮਰਿਆਦਾ ਵੇਖ ਕੇ ਨਾ, ਵੀ ਇਹ ਸਾਰਿਆਂ ਤੋਂ ਵੱਖਰੀ ਨਿਰਾਲੀ ਮਰਿਆਦਾ ਹੈ ਇਹਨਾਂ ਦੀ, ਇਹ ਵੇਖ ਕੇ ਜਗਤ ਦੇ ਜਿਹੜੇ ਬਹੁਤੇ ਲੋਕ ਸਨ ਉਹ ਰੋਸ ਵਿੱਚ ਆਉਂਦੇ ਵੀ ਇਹਨਾਂ ਨੇ ਨਵੀਂ ਮਰਿਆਦਾ ਚਲਾਈ। ਇਹ ਕਿਹੜੇ ਨੇ ਜਿਹੜੇ ਰੋਸ ਕਰਨ ਵਾਲੇ ਨੇ ਉਹ ਬ੍ਰਾਹਮਣ ਤਬਕਾ, ਜਿਨ੍ਹਾਂ ਨੇ ਸਮਾਜ ਦੇ ਉੱਤੇ ਪੂਰੀ ਗੁੰਡਾਗਰਦੀ ਕੀਤੀ ਹੋਈ ਸੀ ਲੋਕਾਂ ਨੂੰ ਆਪਣੇ ਅਧੀਨ ਕਰਕੇ। ਜਦੋਂ ਉਹਨਾਂ ਦੀਆਂ ਦੁਕਾਨਾਂ ਬੰਦ ਹੁੰਦੀਆਂ ਉਹਨਾਂ ਨੇ ਵੇਖੀਆਂ, ਉਹ ਫਿਰ ਰੋਸ ਵਿੱਚ ਆਉਂਦੇ ਕਿ ਇਹ ਗੁਰੂ ਸਾਹਿਬ ਜੀ ਨੇ ਆਪਣੇ ਘਰ ਦੀ ਨਵੀਂ ਮਰਿਆਦਾ ਚਲਾਈ ਹੈ। ਨਿੰਦੇ ਖਲ ਬਿੰਦੀ ਨਹੀਂ ਇਹ ਮਗ ਨਿਰਬਾਨਾ। ਉਹ ਮੂਰਖ ਸਤਿਗੁਰਾਂ ਦੀ ਮਹਿਮਾ ਨਹੀਂ ਜਾਣਦੇ ਔਰ ਨਿੰਦਾ ਵੀ ਕਰਦੇ ਨੇ। ਫਿਰ ਉਹ ਗੁਰੂ ਘਰ ਦੀ ਅੱਗੇ ਕਥਾ ਆਵੇਗੀ, ਅਕਬਰ ਕੋਲ ਵੀ ਜਾ ਕੇ ਸ਼ਿਕਾਇਤਾਂ ਕੀਤੀਆਂ ਸੀ ਇਹਨਾਂ ਨੇ। ਉਹ ਨਿੰਦਾ ਕਰਦੇ ਨੇ, ਸਤਿਗੁਰਾਂ ਦੀ ਮਹਿਮਾ ਨਹੀਂ ਜਾਣਦੇ ਕਿ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਜਿਹੜਾ ਰਾਹ ਚਲਾ ਰਹੇ ਨੇ ਇਹ ਨਿਰਵਾਣ ਦਾ ਰਾਹ ਹੈ। ਉਸ ਨਿਰਵਾਣ ਪਦਵੀ ਤੇ ਪਹੁੰਚਣ ਦਾ ਰਸਤਾ ਹੈ ਜਿੱਥੇ ਜਾ ਕੇ ਮਨ 'ਚ ਕੋਈ ਖਵਾਹਿਸ਼, ਕੋਈ ਚਾਹਨਾ ਨਹੀਂ ਰਹਿ ਜਾਂਦੀ। ਕਲ ਮੈਂ ਭਗਤ ਸੋ ਮੁਕਤ ਦਾ ਧਰਮ ਨਾ ਕੋ ਆਨਾ। ਕਲਯੁਗ ਦੇ ਵਿੱਚ ਪਰਮੇਸ਼ਰ ਦੀ ਭਗਤੀ ਹੀ ਮੁਕਤੀ ਦਾ ਸਭ ਤੋਂ ਸ੍ਰੇਸ਼ਟ ਰਸਤਾ ਹੈ। ਇਹਦੇ ਤੋਂ ਬਿਨਾਂ ਹੋਰ ਕੋਈ ਧਰਮ ਨਹੀਂ ਹੈ। ਸਭ ਤੋਂ ਵੱਡਾ ਧਰਮ, ਜਾਂ ਇਸ ਤਰ੍ਹਾਂ ਕਹਿ ਲਈਏ ਮੁਕਤੀ ਦਾ ਸਭ ਤੋਂ ਵੱਡਾ ਸਾਧਨ ਪਰਮੇਸ਼ਰ ਦੀ ਭਗਤੀ ਹੈ ਕਲਯੁਗ 'ਚ। ਤੇ ਗੁਰੂ ਅਮਰਦਾਸ ਸਾਹਿਬ ਜੀ ਸੰਸਾਰ ਦੇ ਪ੍ਰਾਣੀਆਂ ਨੂੰ ਪਰਮੇਸ਼ਰ ਦੀ ਭਗਤੀ ਦ੍ਰਿੜ ਕਰਵਾ ਰਹੇ ਹਨ। ਪੁਨ ਸਤਿਗੁਰ ਇਮ ਨੇਮ ਕੀਏ ਜੋ ਬਰਨ ਮਜਾਰਾ। ਇਹਦੇ ਤੋਂ ਇਲਾਵਾ ਗੁਰੂ ਅਮਰਦਾਸ ਸਾਹਿਬ ਜੀ ਨੇ ਇੱਕ ਹੋਰ ਮਰਿਆਦਾ ਚਲਾਈ। ਉਹ ਨੇਮ ਕੀ ਸੀ ਉਹ ਮਹਾਰਾਜ ਜੀ ਦੱਸਦੇ ਹਨ। ਆਸ਼ਰਮ ਧਾਰੀ ਹੋਏ ਕੋ ਆਵੇਂ ਦਰਬਾਰਾ। ਕਿਸੇ ਵੀ ਆਸ਼ਰਮ ਨਾਲ ਕੋਈ ਸੰਬੰਧ ਰੱਖਦਾ ਹੋਵੇ। 4 ਆਸ਼ਰਮ ਹੁੰਦੇ ਨੇ ਖਾਲਸਾ ਜੀ, ਬ੍ਰਹਮਚਰਜ, ਗ੍ਰਸਤ, ਬਾਨਪ੍ਰਸਤ ਔਰ ਸੰਨਿਆਸ।
ਇਹਨਾਂ ਚਾਰਾਂ ਆਸ਼ਰਮਾਂ ਵਿੱਚੋਂ ਜਿਹੜਾ ਵੀ ਕਿਸੇ ਆਸ਼ਰਮ ਨਾਲ ਸੰਬੰਧ ਰੱਖ ਕੇ ਆਉਂਦਾ ਹੈ, प्रथम दीग में जाए के भोजन को खावे। ਜਾਂ ਫਿਰ ਭਾਵੇਂ ਕੋਈ ਖੱਤਰੀ ਹੈ, ਬ੍ਰਾਹਮਣ ਹੈ, ਸ਼ੂਦਰ ਹੈ, ਵੈਸ਼ ਹੈ, ਚਾਰ ਵਰਣਾਂ ਚੋਂ ਕਿਸੇ ਵੀ ਵਰਣ ਨਾਲ ਸੰਬੰਧ ਰੱਖਦਾ ਹੋਵੇ, ਸਤਿਗੁਰੂ ਜੀ ਦੇ ਦਰਸ਼ਨ ਉਹਨੂੰ ਹੁੰਦੇ ਨੇ ਜਿਹੜਾ ਪਹਿਲਾਂ ਪੰਗਤ 'ਚ ਜਾ ਕੇ ਭੋਜਨ ਛਕਦਾ, ਬਰਾਬਰ ਇੱਕ ਪੰਗਤ 'ਚ ਬਹਿ ਕੇ। ਗੁਰੂ ਸਾਹਿਬ ਨੇ ਮਰਿਆਦਾ ਚਲਾਈ, ਪਹਿਲੇ ਪੰਗਤ ਪਾਛੇ ਸੰਗਤ, ਕਿ ਪਹਿਲਾ ਪੰਗਤ ਵਿੱਚ ਜਾ ਕੇ ਭੋਜਨ ਛਕੋ, ਫਿਰ ਸਾਡੀ ਸੰਗਤ ਹੋਵੇਗੀ। ਤਾਂ ਜੋ ਉਹਨਾਂ ਲੋਕਾਂ ਦੇ ਮਨਾਂ 'ਚ ਜਿਹੜੀ ਵਰਣ ਵੰਡ ਦੀ ਜਾਂ ਵਰਣਾਂ ਦੀ ਉੱਤਮਤਾ ਦੀ, ਹੰਕਾਰ ਤੇ ਅਭਿਮਾਨ ਦੀ ਬਿਰਤੀ ਹੈ, ਜਦੋਂ ਬਰਾਬਰ ਸੰਗਤ 'ਚ ਬਹਿ ਕੇ ਛਕਣਗੇ ਉਹ ਹੰਕਾਰ ਦੂਰ ਹੋ ਕੇ ਹੋਵੇਗਾ। ਆਪਣਾ ਜਾਤੀ ਅਭਿਮਾਨ ਛੱਡ ਕੇ, ਵਰਣ ਆਸ਼ਰਮ ਦਾ ਭੇਦ ਤਿਆਗ ਕੇ, ਜਦੋਂ ਭੋਜਨ ਛਕ ਕੇ ਨਿਰਮਾਣ ਹੋ ਕੇ ਗੁਰੂ ਚਰਨਾਂ ਚਾਉਣਗੇ, ਫਿਰ ਉਹਨਾਂ ਤੇ ਗੁਰੂ ਦੀ ਕਲਾ ਵਰਤੇਗੀ। ਇਸ ਕਰਕੇ ਸਤਿਗੁਰੂ ਜੀ ਨੇ ਮਰਿਆਦਾ ਚਲਾ ਦਿੱਤੀ, ਪਹਿਲੇ ਪੰਗਤ ਪਾਛੇ ਸੰਗਤ। उन दर्शन गुर को करे चल कर टिग जावे। ਜਿਹੜਾ ਪਹਿਲਾਂ ਪੰਗਤ 'ਚ ਬੈਠ ਕੇ ਭੋਜਨ ਛਕਦਾ ਹੈ, ਉਸੇ ਨੂੰ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਪ੍ਰਾਪਤ ਹੁੰਦੇ ਹਨ। ਉਹ ਫਿਰ ਚੱਲ ਕੇ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਦਾ ਹੈ। जो ने अचे आहार को ਸੁਚ ਸੰਜਮਵੰਤਾ। ਤੇ ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਮਰਿਆਦਾ ਨੂੰ ਨਹੀਂ ਮੰਨਦੇ, ਯਾਨੀ ਕਿ ਜਿਨ੍ਹਾਂ ਨੂੰ ਇਹ ਹੁੰਦਾ ਜੀ ਸਾਡੀ ਤਾਂ ਉੱਚੀ ਬਰਾਦਰੀ ਹੈ, ਅਸੀਂ ਕਿਵੇਂ ਇਹਨਾਂ ਦੇ ਨੀਚਾਂ ਵਿੱਚ ਬਹਿ ਕੇ ਬਰਾਬਰ ਭੋਜਨ ਛਕੀਏ, ਸਾਡਾ ਆਸ਼ਰਮ ਉੱਚਾ ਹੈ, ਉਹ ਜਿਹੜੇ ਇਹੋ ਜਿਹੇ ਲੋਕ ਹਨ, ਤਿਨ ਕੋ ਦਰਸ਼ਨ ਹੋਤ ਨੇ ਹਟ ਘਰ ਗਮਨੰਤਾ। ਉਹਨਾਂ ਨੂੰ ਸਤਿਗੁਰੂ ਜੀ ਦੇ ਦਰਸ਼ਨ ਨਹੀਂ ਹੁੰਦੇ, ਉਹ ਮਹਾਰਾਜ ਜੀ ਦੇ ਦਰਸ਼ਨਾਂ ਤੋਂ ਬਿਨਾਂ ਖਾਲੀ ਘਰ ਨੂੰ ਵਾਪਸ ਪਰਤ ਜਾਂਦੇ। ਹੁੰਦੇ ਸਨ ਐਸੇ ਵੀ ਕੁਝ ਜਿਹੜੇ ਕਹਿੰਦੇ ਅਸੀਂ ਨਹੀਂ ਬਹਿ ਕੇ ਇਹਨਾਂ ਦੇ ਬਰਾਬਰ ਛਕਣਾ, ਅਸੀਂ ਤਾਂ ਉੱਤਮ ਹੁੰਨੇ ਆ। ਉਹ ਫਿਰ ਸਤਿਗੁਰੂ ਜੀ ਦੇ ਉਹਨਾਂ ਨੂੰ ਦਰਸ਼ਨ ਨਹੀਂ ਹੁੰਦੇ, ਉਹ ਸਤਿਗੁਰਾਂ ਦੇ ਦਰਸ਼ਨ ਕੀਤੇ ਬਿਨਾਂ ਹੀ ਵਾਪਸ ਪਰਤ ਜਾਂਦੇ। ਹੁਣ ਵੀ ਜਿਹੜੇ ਗੁਰੂ ਕੇ ਸਿੱਖ ਸ੍ਰੀ ਗੋਇੰਦਵਾਲ ਸਾਹਿਬ ਜਾਂਦੇ ਨੇ ਨਾ ਮਹਾਰਾਜ ਗੁਰੂ ਸਾਹਿਬ ਜੀ ਦੇ ਦਰਬਾਰ ਦੇ ਦਰਸ਼ਨ ਕਰਨ, ਉਹ ਗੋਇੰਦਵਾਲ ਸਾਹਿਬ ਜਾ ਕੇ ਹੁਣ ਵੀ ਪੁਰਾਤਨ ਗੁਰਸਿੱਖ ਮਰਿਆਦਾ ਦੇ ਤਹਿਤ ਪਹਿਲਾ ਲੰਗਰ 'ਚ ਜਾ ਕੇ ਭਾਵੇਂ ਛੱਕ ਕੇ ਵੀ ਗਏ ਹੋਣ, ਪਹਿਲਾ ਪੰਗਤ 'ਚ ਜਾ ਕੇ ਪ੍ਰਸ਼ਾਦਾ ਛਕਦੇ ਵੀ ਇੱਥੇ ਮਹਾਰਾਜ ਜੀ ਨੇ ਮਰਿਆਦਾ ਚਲਾਈ, ਫਿਰ ਜਾ ਕੇ ਦਰਬਾਰ ਵਿੱਚ ਦਰਸ਼ਨ ਕਰਦੇ। ਇਹ ਹੁਣ ਵੀ ਮਰਿਆਦਾ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਜਿਹੜੇ ਦਰਸ਼ਨ, ਉਹ ਮੰਦ ਭਾਗੇ ਜਿਹੜੇ ਬੇਕਰਮੇ ਨੇ, ਉਹ ਬਾਹਰੋਂ ਹੀ ਪਰਤ ਜਾਂਦੇ, ਉਹਨਾਂ ਨੂੰ ਮਹਾਰਾਜ ਜੀ ਦੇ ਦਰਸ਼ਨ ਨਹੀਂ ਹੁੰਦੇ। ਆਸ਼ਰਮ ਵਰਨ ਜੇ ਭੇਦ ਮੈਂ ਨੈ ਮਿਲੀ ਹਦੂਰਾ। ਜਿਹੜੇ ਆਸ਼ਰਮ ਵਰਣ ਦੇ ਭੇਦਵਾਦੀ ਬਿਰਤੀ 'ਚ ਰਹਿੰਦੇ ਨੇ, ਹੰਕਾਰ ਦੇ ਵਿੱਚ, ਸਾਡੀ ਉੱਚੀ ਜਾਤੀ, ਸਾਡਾ ਉੱਚਾ ਆਸ਼ਰਮ, ਉਹ ਫਿਰ ਮਹਾਰਾਜ ਜੀ ਦੀ ਹਦੂਰ ਵਿੱਚ ਆ ਕੇ ਸਤਿਗੁਰੂ ਜੀ ਨੂੰ ਨਹੀਂ ਮਿਲਦੇ, ਮਹਾਰਾਜ ਜੀ ਦੇ ਦਰਸ਼ਨ ਉਹਨਾਂ ਨੂੰ ਨਹੀਂ ਹੁੰਦੇ। ਖਾਵੇਂ ਕੁਨ ਕਾ ਦੀਗ ਕੋ ਦਰਸੇ ਗੁਰ ਪੂਰਾ। ਜਿਹੜਾ ਗੁਰੂ ਕੇ ਲੰਗਰਾਂ ਵਿੱਚ ਕੁਣਕਾ ਮਾਤਰ ਛਕ ਲਵੇ, ਜਿਤਨੀ ਜ਼ਰੂਰਤ ਹੈ ਉਤਨਾ ਛਕ ਲਵੇ, ਉਹਨੂੰ ਹੀ ਮਹਾਰਾਜ ਪੂਰੇ ਸਤਿਗੁਰਾਂ ਦੇ ਦਰਸ਼ਨ ਹੁੰਦੇ ਹਨ। ਨਿਤ ਪ੍ਰਤਿਆਨੇ ਅੰਨ ਕੋ ਸਿੱਖ ਸੇਵਕ ਜੋਈ। ਜਿਹੜੇ ਸਤਿਗੁਰੂ ਜੀ ਦੇ ਸਿੱਖ ਸੇਵਕ ਨੇ, ਉਹ ਨਿਤਾ ਪ੍ਰਤੀ ਰਸਤਾਂ ਬਸਤਾਂ ਲੈ ਕੇ ਆਉਂਦੇ ਲੰਗਰਾਂ ਵਾਸਤੇ, ਜਿਨ੍ਹਾਂ ਨੂੰ ਪਤਾ ਸੀ ਵੀ ਇੱਕੋ ਦਿਨ ਵਾਸਤੇ ਮਹਾਰਾਜ ਜੀ ਵਾਸਤੇ ਰਸਤਾਂ ਬਸਤਾਂ ਲੰਗਰਾਂ ਵਿੱਚ ਆਉਂਦੀਆਂ। ਉਹ ਫਿਰ ਰਸਤਾਂ ਬਸਤਾਂ ਕੱਚਾ ਸੀਧਾ, ਕੋਈ ਆਟਾ ਲੈ ਕੇ ਆਉਂਦਾ, ਕੋਈ ਕਣਕ ਲੈ ਕੇ ਆ ਜਾਂਦਾ ਹੈ, ਕੋਈ ਚਾਵਲ ਲੈ ਕੇ ਆਉਂਦਾ, ਕੋਈ ਘਿਓ ਲੈ ਕੇ ਆਉਂਦਾ, ਕੋਈ ਸਬਜ਼ੀਆਂ ਭਾਜੀਆਂ ਲੈ ਕੇ ਹਾਜ਼ਰ ਹੁੰਦਾ ਹੈ। ਇਸ ਤਰ੍ਹਾਂ ਸਤਿਗੁਰੂ ਜੀ ਦੇ ਲੰਗਰਾਂ ਦੇ ਵਿੱਚ ਗੁਰਸਿੱਖ ਜਿਹੜੇ ਸਤਿਗੁਰਾਂ ਦੇ ਸੇਵਕ ਨੇ, ਉਹ ਰਸਤ ਬਸਤ ਲੈ ਕੇ ਆਉਂਦੇ ਹਨ। ਹੋਤ ਦੀਗ ਬਿਨ ਤੋਟ ਕੇ ਖਾਵੇ ਸਭ ਕੋਈ। ਬਿਨਾਂ ਟੋਟੇ ਤੋਂ ਸਤਿਗੁਰੂ ਜੀ ਦੇ ਲੰਗਰ ਚੱਲਦੇ ਹਨ। ਹਰ ਇੱਕ ਮਾਈ ਭਾਈ ਕੋਈ ਆ ਜਾਵੇ, ਸਭ ਨੂੰ ਛਕਣ ਵਾਸਤੇ ਭੋਜਨ ਪ੍ਰਾਪਤ ਹੁੰਦਾ ਹੈ। ਅਤੋਟ ਲੰਗਰ ਗੁਰੂ ਸਾਹਿਬ ਜੀ ਦੇ ਸਾਰਾ ਦਿਨ ਵਰਤਦੇ ਹਨ। ਬਿਦਤ ਪਏ ਸਭ ਦੇਸ਼ ਮੈਂ
ਸੁਨ ਸੁਨ ਸਿੱਖ ਆਵੇਂ। ਸਤਿਗੁਰਾਂ ਦੀ ਮਹਿਮਾ ਸਾਰੇ ਦੇਸ਼ ਵਿੱਚ ਵਿਦੇਸ਼ਾਂ ਵਿੱਚ ਪ੍ਰਗਟ ਹੋਈ ਹੈ। ਜਿਹੜਾ ਜਿਹੜਾ ਵੀ ਸਤਿਗੁਰੂ ਜੀ ਦੀ ਮਹਿਮਾ ਸੁਣਦਾ ਹੈ ਉਹ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਸ੍ਰੀ ਗੋਇੰਦਵਾਲ ਸਾਹਿਬ ਆਉਂਦਾ ਹੈ। ਸ਼੍ਰੀ ਨਾਨਕ ਕੇ ਸਮੇਂ ਕੇ ਪਹੁੰਚੇ ਦਰਸਾਵੇਂ। ਜਿਹੜੇ ਪੁਰਾਤਨ ਗੁਰਸਿੱਖ ਨੇ ਵੱਡਿਆਂ ਸਤਿਗੁਰਾਂ ਦੇ ਵੇਲੇ ਦੇ ਗੁਰੂ ਨਾਨਕ ਸਾਹਿਬ ਜੀ ਦੇ ਸ਼ਰਧਾਲੂ ਜਿਹੜੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਦੇ ਰਹੇ, ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਤੀਸਰੇ ਸਥਾਨ ਤੇ ਗੁਰੂ ਅਮਰਦਾਸ ਸਾਹਿਬ ਵਿਰਾਜੇ ਨੇ ਤਾਂ ਉਹ ਵੀ ਦਰਸ਼ਨਾਂ ਨੂੰ ਆ ਰਹੇ ਹਨ। ਸ਼੍ਰੀ ਅੰਗਦ ਮਹਿਮਾ ਲਖੇ ਜੇ ਦਰਸ ਕਰਨ ਤੇ। ਜਿਹੜੇ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਮਹਿਮਾ ਜਾਣਦੇ ਮਹਾਰਾਜ ਗੁਰੂ ਅੰਗਦ ਸਾਹਿਬ ਦੇ ਦਰਸ਼ਨਾਂ ਨੂੰ ਸਿੱਖ ਆਉਂਦੇ ਸਨ, ਉਹ ਵੀ ਚੱਲ ਕੇ ਮਹਾਰਾਜ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨਾਂ ਨੂੰ ਆ ਰਹੇ ਹਨ। ਸਭ ਆਵੇਂ ਸ਼੍ਰੀ ਅਮਰ ਟਿਗ ਤਿਨ ਥਾਨ ਲਖਨ ਤੇ। ਚਾਹੇ ਗੁਰੂ ਨਾਨਕ ਸਾਹਿਬ ਦੇ ਵੇਲੇ ਦੇ ਸਿੱਖ ਨੇ, ਚਾਹੇ ਗੁਰੂ ਅੰਗਦ ਸਾਹਿਬ ਜੀ ਦੇ ਵੇਲੇ ਦੇ ਸਿੱਖ ਨੇ, ਉਹ ਮਨ ਵਿੱਚ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਪ੍ਰਤੀ ਭਾਵਨਾ ਰੱਖ ਕੇ ਵੀ ਇਹ ਵੀ ਉਹਨਾਂ ਦਾ ਰੂਪ ਹਨ, ਉਹ ਹਿਰਦੇ ਵਿੱਚ ਬੜੇ ਪਿਆਰ ਨਾਲ ਪ੍ਰੇਮ ਸਹਿਤ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਦੇ ਹਨ। ਤਰੇ ਕਾਮਨਾ ਉਰ ਬਿਖੇ ਬਿਨ ਕਹੇ ਸੋ ਪਾਵੇਂ। ਜਿਹੜੀ ਕਾਮਨਾ ਰੱਖ ਕੇ ਆਪਣੇ ਹਿਰਦੇ ਚ ਆਉਂਦੇ ਨੇ ਬਿਨਾਂ ਆਖਿਆਂ ਬਿਨਾਂ ਕਿਹਾਂ ਸਤਿਗੁਰਾਂ ਦੇ ਚਰਨਾਂ ਚ ਉਹਨਾਂ ਦੀ ਉਹ ਕਾਮਨਾ ਪੂਰੀ ਹੋ ਜਾਂਦੀ ਹੈ। ਸਤਿ ਸ੍ਰੀ ਅਕਾਲ। ਗੁਰੂ ਖਾਲਸਾ ਜੀ ਪੂਰਨ ਪੁਰਖਾਂ ਦੀ ਇਹ ਨਿਸ਼ਾਨੀ ਹੈ ਕਿ ਕਿਸੇ ਪੂਰਨ ਪੁਰਖ ਦੇ ਪਾਸ ਜਾ ਕੇ ਮੰਗਣ ਦੀ ਲੋੜ ਨਹੀਂ ਪੈਂਦੀ। ਕਈ ਵਾਰੀ ਘਰੋਂ ਸੋਚ ਕੇ ਆਉਂਦਾ ਬੰਦਾ ਵੀ ਇਹ ਕੁਝ ਕਹਾਂਗੇ, ਇਹ ਕੁਝ ਮੰਗਾਂਗੇ, ਇਹ ਸਵਾਲ ਕਰਾਂਗੇ, ਪਰ ਪੂਰਨ ਪੁਰਖ ਦੇ ਪ੍ਰਤਾਪ ਦੇ ਸਨਮੁਖ ਜਾਂਦਿਆਂ ਹੀ ਸਾਰੇ ਸਵਾਲ ਦੂਰ ਹੋ ਜਾਂਦੇ ਹਨ ਤੇ ਜਿਹੜੇ ਸਵਾਲ ਹਿਰਦੇ 'ਚ ਹੁੰਦੇ ਨੇ ਉਹ ਪੂਰਨ ਪੁਰਖ ਦੀ ਸੰਗਤ 'ਚੋਂ ਸੁੱਤੇ ਸਿੱਧ ਹੀ ਉਹਨਾਂ ਦਾ ਜਵਾਬ ਮਿਲ ਜਾਂਦਾ ਹੈ। ਤੋ ਸਤਿਗੁਰੂ ਜੀ ਦਾ ਪ੍ਰਤਾਪ ਐਸਾ ਹੈ, ਬਿਨਾਂ ਕਿਹਾ ਜੇ ਕਿਸੇ ਦੇ ਅੰਦਰ ਕੋਈ ਕਾਮਨਾ ਹੁੰਦੀ ਉਹਨੂੰ ਕਹਿਣਾ ਨਹੀਂ ਪੈਂਦਾ, ਬਿਨਾਂ ਆਖਿਆਂ ਸਤਿਗੁਰਾਂ ਦੇ ਚਰਨਾਂ 'ਚੋਂ ਤਿਨਾਂ ਦੀ ਕਾਮਨਾ ਦੀ ਪੂਰਤੀ ਹੁੰਦੀ ਹੈ। ਜੋ ਅਰਪਤ ਹੈ ਆਨ ਕਰ ਬੋ ਬਿਨੇ ਅਲਾਵੇਂ। ਜਿਹੜੇ ਆ ਕੇ ਸਤਿਗੁਰਾਂ ਦੇ ਚਰਨਾਂ 'ਚ ਅਨੇਕ ਪ੍ਰਕਾਰ ਦੀਆਂ ਭਟਾਵਾਂ ਲਿਆ ਕੇ ਅਰਪਦੇ ਨੇ, ਫਿਰ ਬੇਨਤੀਆਂ ਕਰਦੇ ਨੇ। ਏਕ ਦਿਵਸ ਕੇ ਖਰਚ ਕੋ ਲੀਵੇਂ ਤਿੰਨ ਪਾਸੇ। ਸਤਿਗੁਰੂ ਜੀ ਆਏ ਹੋਏ ਸਿੱਖਾਂ ਕੋਲੋਂ ਉਤਨਾ ਹੀ ਲੈਂਦੇ ਜਿਹੜਾ ਇੱਕ ਦਿਨ ਦਾ ਖਰਚ ਹੁੰਦਾ। ਜੇ ਕੋਈ ਧਨ ਦਿੰਦਾ ਤੇ ਉਹਨਾਂ ਜਿਹੜਾ ਇੱਕ ਦਿਨ ਵਿੱਚ ਖਰਚ ਹੋਵੇ, ਜੇ ਕੋਈ ਰਸਤ ਆਉਂਦੀ ਤੇ ਸਿਰਫ ਇੱਕ ਦਿਨ ਦੇ ਖਰਚ ਵਾਸਤੇ ਮਹਾਰਾਜ ਜੀ ਉਹਨਾਂ ਕੋਲੋਂ ਲੈਂਦੇ। ਔਰ ਹਟਾਏ ਸੋ ਦੇਤ ਤਿਨ ਨੈ ਰੱਖੀ ਆਵਾਸੇ। ਇੱਕ ਦਿਨ ਤੋਂ ਅਗਰ ਰਸਤ ਬਸਤ ਵੱਧ ਆਉਂਦੀ ਹੈ ਤਾਂ ਮਹਾਰਾਜ ਜੀ ਉਹ ਵਾਪਸ ਮੋੜ ਦਿੰਦੇ। ਫਿਰ ਕਈ ਗੁਰਸਿੱਖ ਉਹ ਰਸਤ ਬਸਤ ਲੈ ਜਾਂਦੇ ਵਾਪਸ, ਫਿਰ ਅਗਲੇ ਦਿਨ ਲਿਆ ਕੇ ਹਾਜ਼ਰ ਕਰਦੇ। ਪਰ ਸਤਿਗੁਰੂ ਜੀ ਇੱਕ ਦਿਨ ਤੋਂ ਵੱਧ ਰਸਤ ਬਸਤ ਅੰਗੀਕਾਰ ਨਹੀਂ ਕਰਦੇ। ਬਿਦਤੇ ਦਿਨ ਪ੍ਰਤੀ ਅਧਿਕਈ ਨਿਤ ਭਗਤ ਪ੍ਰਕਾਸ਼ੇ। ਦਿਨ ਪ੍ਰਤੀ ਦਿਨ ਸਤਿਗੁਰੂ ਜੀ ਦਾ ਪ੍ਰਤਾਪ ਸੰਸਾਰ ਵਿੱਚ ਵਿਦਿਤ ਹੋ ਰਿਹਾ, ਪ੍ਰਗਟ ਹੋ ਰਿਹਾ, ਔਰ ਮਹਾਰਾਜ ਜੀ ਦੀ ਮਹਿਮਾ ਹਰ ਜਗ੍ਹਾ ਤੇ ਹਰ ਥਾਂ ਤੇ ਹੋ ਰਹੀ ਹੈ। ਅਜ਼ਮਤ ਜੁਤ ਕੇ ਤਕ ਪਾਏ ਲੈ ਸਿੱਧ ਸੋ ਪਾਸੇ। ਮਹਾਰਾਜ ਜੀ ਦੇ ਪਾਸ ਭਗਤੀ ਦਾ ਪ੍ਰਕਾਸ਼ ਹੋ ਰਿਹਾ। ਕਿਤਨੇ ਹੀ ਸੇਵਕ ਜਿਹੜੇ ਸਤਿਗੁਰਾਂ ਦੀ ਸੇਵਾ ਕਰਦੇ ਅਜਮਤ ਸਹਿਤ ਹੋ ਗਏ, ਉਹਨਾਂ ਨੂੰ ਰਿੱਧੀਆਂ ਸਿੱਧੀਆਂ ਦੀਆਂ ਦਾਤਾਂ ਸੁੱਤੇ ਸਿੱਧੀ ਪ੍ਰਾਪਤ ਹੋ ਗਈਆਂ। ਸੇਵੇਂ ਗੁਰ ਪਗ ਕਮਲ ਕੋ ਕਰ ਪ੍ਰੀਤ ਵਿਸਾਲਾ। ਸਤਿਗੁਰਾਂ ਦੇ ਚਰਨਾਂ ਨਾਲ ਗੂੜੀ ਪ੍ਰੀਤ ਕਰਕੇ, ਪ੍ਰੇਮ ਕਰਕੇ ਉਹ ਸੇਵਕ ਸੇਵਾ ਭਾਵ ਧਾਰਨ ਕਰਕੇ ਸਤਿਗੁਰਾਂ ਦੀ ਸੇਵਾ ਕਰਦੇ ਹਨ। ਸਿਮਰਨ ਹੋਏ ਸਤਨਾਮ ਕੋ ਦਿਨ ਰੈਨ ਸੁਖਾਲਾ। ਦਿਨ ਰਾਤ ਅੱਠੇ ਪਹਿਰ ਸਤਿਗੁਰਾਂ ਦਾ ਸਿਮਰਨ ਹੁੰਦਾ ਹੈ। ਦਿਨ ਰਾਤ ਅੱਠੇ ਪਹਿਰ ਮਹਾਰਾਜ ਜੀ ਦਾ ਭਜਨ ਹੁੰਦਾ। ਹਰ ਇੱਕ ਗੁਰਸਿੱਖ ਦੀ ਰਸਨਾ ਤੇ ਵਾਹਿਗੁਰੂ ਗੁਰਮੰਤਰ ਦਾ ਜਾਪ ਹੈ। ਬਸੇ ਪੂਰੀ ਮੈਂ ਆਨ ਕੇ ਬੋਕੀਨ ਕੀਤਾ। ਖਾਲਸਾ ਜੀ ਬਹੁਤ ਸਾਰੇ ਸਿੱਖ ਗੁਰੂ ਸਾਹਿਬ ਜੀ ਦੀ ਨਗਰੀ ਚ ਆ ਕੇ ਰਹਿਣ ਲੱਗ ਪਏ। ਉਹਨਾਂ ਆਪਣੇ ਘਰ ਬਣਾ ਲਏ ਕਿਉਂਕਿ ਨਵਾਂ ਨਗਰ ਵਸਿਆ ਸੀ।
ਗੁਰੂ ਸਾਹਿਬ ਜੀ ਦਾ ਵੀ ਹੁਕਮ ਸੀ ਜਿਹਨੇ ਇੱਥੇ ਨਿਵਾਸ ਕਰਨਾ ਉਹ ਭਾਈ ਆਪਣਾ ਟਿਕਾਣਾ ਕਰ ਲਵੇ। ਤੋ ਜਿਹੜੇ ਸਤਿਗੁਰਾਂ ਨਾਲ ਪ੍ਰੇਮ ਕਰਦੇ ਉਹ ਆਪਣੇ ਨਗਰ ਛੱਡ ਆਏ, ਘਰ-ਬਾਰ ਛੱਡ ਆਏ। ਗੋਇੰਦਵਾਲ ਸਾਹਿਬ ਆ ਕੇ ਉਹਨਾਂ ਨੇ ਆਪਣੇ ਰਹਿਣ ਦੇ ਮਕਾਨ ਬਣਾ ਲਏ ਕਿ ਸਤਿਗੁਰਾਂ ਦੀ ਨਗਰੀ 'ਚ ਰਹਾਂਗੇ, ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕਰਾਂਗੇ। ਕੀਤਕ ਭਈ ਦੁਕਾਨ ਤੇ ਬੋ ਬਨਜ ਸਮੇਤਾ। ਫਿਰ ਦੁਕਾਨਾਂ ਬੜੀਆਂ ਸੁੰਦਰ ਬਣ ਗਈਆਂ ਵਪਾਰ ਦੀਆਂ, ਕਿਉਂਕਿ ਖਾਲਸਾ ਜੀ ਸ਼੍ਰੀ ਗੋਇੰਦਵਾਲ ਸਾਹਿਬ ਨਗਰ ਲਾਹੌਰ ਤੇ ਦਿੱਲੀ ਨੂੰ ਜਾਣ ਦਾ ਜਿਹੜਾ ਲਾਂਘਾ ਹੈ, ਮੇਨ ਰਸਤਾ, ਉਹ ਇੱਥੇ ਬਿਆਸ ਦਰਿਆ ਦਾ ਪੱਤਣ ਪੈਂਦਾ ਸੀ, ਇੱਥੋਂ ਲੰਘਦੇ ਸੀ ਸਾਰੇ ਤੇ ਆਉਂਦੇ ਜਾਂਦੇ ਮੁਸਾਫਰ ਬਹੁਤ ਟਿਕ ਜਾਂਦੇ। ਕਈਆਂ ਨੇ ਤਾਂ ਇੱਥੇ ਪੱਕੇ ਮਕਾਨ ਬਣਾ ਲਏ ਸਨ ਕਿ ਇੱਥੇ ਆਉਂਦਿਆਂ ਜਾਂਦਿਆਂ ਇੱਥੇ ਰਹਿਣਾ, ਨਿਵਾਸ ਕਰਨਾ, ਸਮਾਨ ਪਾਰਲੇ ਪਾਸੇ ਲੈ ਕੇ ਜਾਣਾ, ਢੋਆ ਢਵਾਈ, ਯਾਨੀ ਕਿ ਬਹੁਤ ਸਾਰੇ ਵਪਾਰ ਦਾ ਇੱਥੇ ਸਾਧਨ ਹੋ ਗਿਆ। ਆਉਂਦੇ ਜਾਂਦੇ ਲੋਕ ਟਿਕਦੇ ਸਨ, ਤੋਂ ਬਹੁਤ ਸਾਰੇ ਲੋਕ ਆ ਕੇ ਇੱਥੇ ਵਸਣ ਲੱਗ ਪਏ। ਕਈਆਂ ਨੇ ਆ ਕੇ ਆਪਣੀਆਂ ਦੁਕਾਨਾਂ ਬਣਾ ਲਈਆਂ, ਵਪਾਰ ਕਰਨ ਲੱਗੇ। ਸਭ ਹਿਨ ਕੀ ਗੁਜਰਾਨ ਹੋਏ ਥੁਰ ਹੈ ਨੈ ਕੋਈ। ਸਭ ਦੀ ਵਧੀਆ ਗੁਜਰਾਨ ਹੁੰਦੀ ਜਿਹੜੇ ਮਹਾਰਾਜ ਜੀ ਦੀ ਨਗਰੀ 'ਚ ਆ ਕੇ ਰਹੇ, ਭਾਵੇਂ ਨਵੇਂ ਆ ਕੇ ਵਸੇ, ਕਿਸੇ ਨੂੰ ਕਮੀ ਨਹੀਂ ਰਹੀ। ਉੱਥੇ ਕਿਵੇਂ ਕਮੀ ਹੁੰਦੀ ਜਿੱਥੇ ਸੁਆਮੀ ਗੁਰੂ ਅਮਰਦਾਸ ਸਾਹਿਬ ਆਪ ਬੈਠੇ ਹਨ ਮਾਲਕ। ਇਸ ਕਰਕੇ ਕਹਿੰਦੇ ਕਿਸੇ ਨੂੰ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਰਹੀ, ਥੁੜ ਨਹੀਂ ਰਹੀ ਜਿਹੜੇ ਇੱਥੇ ਆ ਕੇ ਰਹੇ। ਬਿਨਾ ਰੋਗ ਸੁਖ ਭੋਗ ਜੁਤ ਬਸਬੋ ਤਿਨ ਹੋਈ। ਫਿਰ ਤਿਨਾਂ ਨੂੰ ਨਾ ਕੋਈ ਰੋਗ ਵਿਆਪਦਾ ਹੈ, ਨਾ ਕੋਈ ਕਿਸੇ ਪ੍ਰਕਾਰ ਦਾ ਸੋਗ ਵਿਆਪਦਾ ਹੈ। ਸੁਖ ਸਹਿਤ ਸਾਰੇ ਆਰਾਮਾਂ ਸਹਿਤ ਲੋਕ ਇੱਥੇ ਆ ਕੇ ਵਸਣ ਲੱਗੇ ਹਨ। ਨਿਸ਼ਾਨੀ ਚੰਦ ਸਿੱਖੀ ਮਗ ਪ੍ਰਗਟਾਏ ਬੇ ਸ਼੍ਰੀ ਸਤਿਗੁਰ ਪੂਰੇ। ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸਿੱਖੀ ਦਾ ਰਾਹ ਪ੍ਰਗਟ ਕਰ ਰਹੇ ਨੇ। ਜਿਹੜੀ ਸਿੱਖੀ ਦਾ ਰਸਤਾ ਗੁਰੂ ਨਾਨਕ ਸਾਹਿਬ ਨੇ ਚਲਾਇਆ ਹੈ, ਉਹਨੂੰ ਸੰਸਾਰ ਵਿੱਚ ਹੋਰ ਫੈਲਾ ਰਹੇ ਨੇ, ਉਹਦਾ ਹੋਰ ਪ੍ਰਚਾਰ ਪ੍ਰਸਾਰ ਕਰ ਰਹੇ ਨੇ। ਦੇਹ ਦਰਸ ਬੋ ਸੰਗਤਾਂ ਸਿੱਖਨ ਇਚ ਪੂਰੇ। ਅੰਤ ਸੰਗਤਾਂ ਨੂੰ ਮਹਾਰਾਜ ਜੀ ਦਰਸ਼ਨ ਦਿੰਦੇ ਹਨ ਔਰ ਗੁਰ ਸਿੱਖਾਂ ਦੀਆਂ ਕਾਮਨਾਵਾਂ ਪੂਰੀਆਂ ਕਰਦੇ ਹਨ। ਇੱਕ ਦਿਨ ਬੱਲੂ ਖਰੇ ਹੋਏ ਨਿਜ ਅਰਜ਼ ਗੁਜ਼ਾਰੀ। ਇੱਕ ਦਿਨ ਦਾ ਬਚਨ ਹੈ ਕਿ ਭਾਈ ਬੱਲੂ ਜੀ ਜੋ ਗੁਰੂ ਅਮਰਦਾਸ ਸਾਹਿਬ ਜੀ ਦੇ ਅਨੰਨ ਸੇਵਕ ਨੇ, ਉਹਨਾਂ ਨੇ ਮਹਾਰਾਜ ਜੀ ਦੇ ਸਨਮੁਖ ਹੱਥ ਜੋੜ ਕੇ ਬੇਨਤੀ ਕੀਤੀ, ਸੁਨੋ ਪ੍ਰਭੂ ਪਾਤਸ਼ਾਹ ਤੁਮ ਸਿੱਖ ਪੀਰ ਬਿਦਾਰੀ। ਕਹਿਣ ਲੱਗੇ, ਹੇ ਪਾਤਸ਼ਾਹਾਂ ਦੇ ਪਾਤਸ਼ਾਹ ਸਤਿਗੁਰੂ, ਤੁਸੀਂ ਆਪਣੇ ਸਿੱਖਾਂ ਦੀਆਂ ਪੀੜਾਂ ਦੂਰ ਕਰਨ ਵਾਲੇ ਹੋ, ਆਪਣੇ ਸਿੱਖਾਂ ਦੇ ਦੁੱਖ ਦੂਰ ਕਰਨ ਵਾਲੇ ਹੋ। ਚਾਰ ਬਰਨ ਕੇ ਲੋਕ ਗਨ ਬਸ ਬੇਹਿਤ ਆਏ। ਪਾਤਸ਼ਾਹ ਤੁਹਾਡੇ ਤੇ ਭਰੋਸਾ ਰੱਖ ਕੇ ਚਾਰਾਂ ਵਰਣਾਂ ਦੇ ਲੋਕ ਆ ਕੇ ਇਸ ਆਪ ਜੀ ਦੀ ਨਗਰੀ ਵਿੱਚ ਵਸ ਰਹੇ ਨੇ, ਆਪਣੇ ਮਕਾਨ ਬਣਾ ਕੇ ਰਹਿਣ ਲੱਗ ਪਏ ਨੇ। ਰੋਜ਼ਾਨਾ 2-4 ਪਰਿਵਾਰ ਮਹਾਰਾਜ ਜੀ ਆ ਕੇ ਇੱਥੇ ਵਸਦੇ ਨੇ, ਰਹਿੰਦੇ ਹਨ। ਨੀਕੇ ਬਨੇ ਨਿਕੇਤ ਨੇ ਜਾਂ ਤੇ ਅਕੁਲਾਏ। ਮਹਾਰਾਜ ਜੀ ਇੱਕ ਸਮੱਸਿਆ ਉਹਨਾਂ ਸੰਗਤ ਦੇ ਪ੍ਰਾਣੀਆਂ ਨੂੰ ਆ ਰਹੀ ਹੈ। ਉਹ ਸਮੱਸਿਆ ਇਹ ਹੈ ਵੀ ਉਹਨਾਂ ਦੇ ਘਰ ਸਹੀ ਨਹੀਂ ਪਏ ਬਣਦੇ। ਆ ਕੇ ਨਵੇਂ ਮਕਾਨ ਬਣਾ ਕੇ ਰਹਿ ਰਹੇ ਨੇ, ਪਰ ਉਹਨਾਂ ਦੇ ਮਕਾਨ ਸਹੀ ਨਹੀਂ ਪਏ ਬਣਦੇ। ਉਹਦੀ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ। ਚਰਨ ਭਰੋਸੇ ਆਪ ਕੇ ਇਹ ਆਨ ਬਸੇ ਹੈ। ਮਹਾਰਾਜ ਤੁਹਾਡੇ ਚਰਨਾਂ ਤੇ ਭਰੋਸਾ ਰੱਖ ਕੇ ਉਹ ਲੋਕ ਆ ਕੇ ਇੱਥੇ ਵਸ ਰਹੇ ਨੇ, ਮਕਾਨ ਬਣਾਉਂਦੇ ਨੇ, ਪਰ ਉਹ ਮਰਜ਼ੀ ਦਾ ਨਹੀਂ ਬਣਾ ਪਾਉਂਦੇ। ਛੋਟੇ ਛੋਟੇ ਮਕਾਨ ਬਣਦੇ ਨੇ, ਖੁੱਲੇ ਮਕਾਨ ਨਹੀਂ ਬਣਾ ਪਾਉਂਦੇ। ਗ੍ਰਹਿ ਮੰਦਰ ਸੁੰਦਰ ਬਿਨਾ ਸੁਖ ਨਹੀਂ ਰਸੇ ਹੈ। ਮਹਾਰਾਜ ਜੀ ਜੇ ਜਿੱਥੇ ਰਹਿਣਾ ਘਰ ਬਣਾ ਕੇ ਜੇ ਉਹ ਘਰ ਹੀ ਸੋਹਣਾ ਨਾ ਬਣੇ, ਖੁੱਲਾ ਡੁੱਲਾ ਨਾ ਬਣੇ, ਤੇ ਉੱਥੇ ਵੱਡੇ ਪਰਿਵਾਰ ਨੇ ਮਹਾਰਾਜ, ਉਹਨਾਂ ਦਾ ਉੱਥੇ ਰਹਿਣਾ ਵਸਣਾ ਆਪਣਾ ਗੁਜਰਾਨ ਕਰਨਾ ਔਖਾ ਹੁੰਦਾ ਹੈ। ਕਿਰਪਾ ਹੋਏ ਜਬ ਆਪ ਕੀ ਕਰ ਉਸਰੇ ਸਾਰੇ। ਮਹਾਰਾਜ ਜੇ ਤੁਹਾਡੀ ਕਿਰਪਾ ਵਰਤੇ, ਤੁਹਾਡੀ ਦਇਆ ਵਰਤੇ ਤੇ ਸਭ ਦੇ ਮਨ ਭਾਉਂਦੇ ਘਰ ਬਣਨ ਇੱਥੇ।
ਜਿਵੇਂ ਕਿਸੇ ਦੀ ਇੱਛਾ ਹੈ, ਉਹਦੇ ਮੁਤਾਬਕ ਉਹ ਆਪਣਾ ਘਰ ਬਣਾਵਣ। ਨਰ ਨਾਰੀ ਸੁਖ ਪਾਏ ਰੇ ਆਪਣੇ ਪਰਿਵਾਰੇ। ਆਪਣੇ ਆਪ ਪਰਿਵਾਰਾਂ ਸਮੇਤ ਸਾਰੇ ਨਰ ਨਾਰੀਆਂ ਸੁਖ ਨਾਲ ਘਰਾਂ ਵਿੱਚ ਵਸਣ ਰਹਿਣ। ਪ੍ਰਾਪਤ ਵਸਤੂ ਅਪਰ ਸਭ ਕਾਸ਼ਟ ਨੇ ਪਾਵੇ। ਮਹਾਰਾਜ ਜੀ ਕਹਿੰਦੇ ਭਾਈ ਬੱਲੂ ਵੀ ਕਿਉਂ ਨਹੀਂ ਬਣਦੇ ਵੱਡੇ ਘਰ, ਸਮੱਸਿਆ ਕੀ ਹੈ ਨਾ ਘਰ ਬਣਨ ਦੇ ਵਿੱਚ? ਕਹਿਣ ਲੱਗੇ ਮਹਾਰਾਜ ਬਾਕੀ ਤਾਂ ਸਭ ਕੁਝ ਮਿਲੀ ਜਾਂਦਾ, ਨਾ ਇੱਥੇ ਚੂਨੇ ਦੀ ਕਮੀ ਹੈ ਨਾ ਇੱਟਾਂ ਦੀ ਕਮੀ ਹੈ, ਸਭ ਕੁਝ ਬਣੀ ਜਾਂਦਾ ਹੈ। ਪਰ ਮਹਾਰਾਜ ਇੱਕ ਸਭ ਤੋਂ ਵੱਡੀ ਸਮੱਸਿਆ ਇਹ ਹੈ, ਦੀਰਘਦਾਰ ਬਹੀਨ ਕਰ ਕੈਸੇ ਉਸਰਾਵੇ। ਸਮੱਸਿਆ ਇਹ ਆ ਰਹੀ ਆ ਵੱਡਾ ਘਰ ਨਾ ਬਣਨ ਦੇ ਵਿੱਚ। ਕਾਰਨ ਇਹ ਹੈ ਕਿ ਜਿਹੜੀਆਂ ਲੰਮੀਆਂ ਸ਼ਤੀਰਾਂ ਨੇ ਲੱਕੜ ਦੀਆਂ ਉਹ ਨਹੀਂ ਇੱਥੇ ਮਿਲਦੀਆਂ, ਨਿੱਕੀਆਂ ਨਿੱਕੀਆਂ ਸ਼ਤੀਰਾਂ ਜੀਆਂ ਮਿਲਦੀਆਂ ਮਹਾਰਾਜ। ਉਹਦੇ ਨਾਲ ਲੱਕੜ ਦੇ ਨਾਲ ਉਹ ਸ਼ਤੀਰਾਂ ਦੇ ਛੱਤ ਛੋਟੇ ਬਣਦੇ। ਹੁਣ ਸ਼ਤੀਰ ਜਿੰਨੀ ਲੰਮੀ ਹੋਵੇਗੀ ਓਨਾ ਲੰਮਾ ਛੱਤ ਬਣੇਗਾ, ਘਰ ਓਨਾ ਹੀ ਵੱਡਾ ਹੋਵੇਗਾ। ਲੱਕੜ ਇੱਥੇ ਨਹੀਂ ਪਈ ਮਿਲਦੀ, ਉਹਦੇ ਵਾਸਤੇ ਲੰਮੀ ਸ਼ਤੀਰ ਚਾਹੀਦੀ ਹੈ। ਉਹ ਲੱਕੜ ਇੱਥੋਂ ਨਾ ਪ੍ਰਾਪਤ ਹੋਣ ਕਰਕੇ ਮਹਾਰਾਜ ਸਭ ਦੇ ਘਰ ਜਿਹੜੇ ਨੇ ਉਹ ਵਧੀਆ ਨਹੀਂ ਪਏ ਬਣਦੇ। ਸ਼ਰਨ ਪਰੇ ਸਭ ਆਪ ਕੀ ਆਨ ਨਾ ਵਿਸ਼ਵਾਸਾ। ਮਹਾਰਾਜ ਹੁਣ ਸਿੱਖ ਸਾਰੇ ਤੁਹਾਡੀ ਸ਼ਰਨ ਵਿੱਚ ਨੇ, ਉਹਨਾਂ ਨੂੰ ਤੁਹਾਡੇ ਬਿਨਾਂ ਹੋਰ ਕਿਸੇ ਤੇ ਭਰੋਸਾ ਵਿਸ਼ਵਾਸ ਨਹੀਂ। ਤੁਹਾਡੇ ਤੇ ਭਰੋਸਾ ਰੱਖ ਕੇ ਆ ਕੇ ਰਹਿਣ ਲੱਗ ਪਏ ਨੇ। ਕਈਆਂ ਨੇ ਤਾਂ ਕੋਈ ਉਲਾਂਭਾ ਵੀ ਨਹੀਂ ਦਿੱਤਾ ਵੀ ਸਾਡਾ ਘਰ ਛੋਟਾ ਬਣਿਆ ਹੈ। ਉਹ ਕਹਿੰਦੇ ਜਿਵੇਂ ਬਣ ਗਿਆ ਗੁਰੂ ਸਾਹਿਬ ਦੀ ਨਗਰੀ 'ਚ ਅਸੀਂ ਧੰਨ ਹੋ ਗਏ। ਪਰ ਮਹਾਰਾਜ ਜਿਹੜੇ ਮਜ਼ਦੂਰ ਉੱਥੇ ਕੰਮ ਕਰਦੇ ਨੇ, ਮਿਸਤਰੀ ਨੇ, ਕਾਰੀਗਰ ਨੇ, ਉਹ ਕਹਿੰਦੇ ਬੜੀ ਵੱਡੀ ਸਮੱਸਿਆ ਵੀ ਜਿਹੜੀ ਲੱਕੜ ਹੈ ਵੱਡੀ ਲੰਬੀਆਂ ਸ਼ਤੀਰਾਂ ਨੇ ਉਹ ਇੱਥੋਂ ਨਹੀਂ ਪੀਆਂ ਮਿਲਦੀਆਂ। ਜ਼ਿਕਰ ਕਰਤ ਨਿਤ ਕਾਠ ਕੋ ਨੇ ਆਵਤ ਪਾਸਾ। ਮਹਾਰਾਜ ਰੋਜ਼ਾਨਾ ਹੀ ਇਹਦਾ ਜ਼ਿਕਰ ਚੱਲਦਾ ਵੀ ਜੇ ਕਿਤੇ ਲੰਮੀ ਲੱਕੜ ਮਿਲ ਜਾਏ, ਲੰਮੀਆਂ ਸ਼ਤੀਰਾਂ ਮਿਲ ਜਾਣ ਤੇ ਉਹਦੇ ਨਾਲ ਵਧੀਆ ਮਕਾਨ ਬਣਨ। ਸੁਨ ਪ੍ਰਸੰਨ ਸਤਿਗੁਰ ਪਏ ਕੈ ਦੀਨ ਦਿਲਾਸਾ। ਇਹ ਸੁਣ ਕੇ ਸਤਿਗੁਰੂ ਜੀ ਪ੍ਰਸੰਨ ਹੋਏ ਤੇ ਭਾਈ ਬੱਲੂ ਨੂੰ ਸਾਰੀ ਸੰਗਤ ਨੂੰ ਦਿਲਾਸਾ ਦਿੱਤਾ। ਕਾਸ਼ਟ ਆਵੇ ਬਹੁਤੇ ਅਬ ਕਰ ਲਹੇ ਆਵਾਸਾ। ਮਹਾਰਾਜ ਜੀ ਕਹਿੰਦੇ ਲੱਕੜ ਦੀ ਵੀ ਕੋਈ ਕਮੀ ਨਾ ਰਹੇਗੀ ਭਾਈ, ਵਧੀਆ ਖੁੱਲੀਆਂ ਲੱਕੜਾਂ ਆ ਜਾਣਗੀਆਂ, ਜਿੰਨੇ ਮਰਜ਼ੀ ਮਕਾਨ ਬਣਾਣ ਇੱਥੇ ਰਹਿਣ ਵਾਲੇ, ਜਿੱਡੇ ਜਿੱਡੇ ਵੱਡੇ ਮਰਜ਼ੀ ਮਹਿਲ ਉਸਾਰਨ, ਬੇਅੰਤ ਲੱਕੜਾਂ ਆ ਜਾਣਗੀਆਂ, ਕੋਈ ਕਮੀ ਨਾ ਰਹੇਗੀ। ਭਰਾਤਾ ਕੋ ਇੱਕ ਸੁਤ ਹੁਤੋ ਸਾਵਣ ਮਲ ਨਾਮੋ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਛੋਟੇ ਭਰਾ ਦਾ ਇੱਕ ਪੁੱਤਰ ਸੀ, ਮਹਾਰਾਜ ਜੀ ਦਾ ਭਤੀਜਾ ਗੁਰੂ ਅਮਰਦਾਸ ਸਾਹਿਬ ਜੀ ਦਾ। ਉਹਨਾਂ ਦਾ ਨਾਮ ਸੀ ਬਾਬਾ ਸਾਵਣ ਮੱਲ ਜੀ। ਨਿਕਟ ਹਕਾਰੇ ਉਤਾਏ ਕੋ ਬੋਲੇ ਸੁਖ ਧਾਮੋ। ਸਤਿਗੁਰੂ ਜੀ ਨੇ ਬਾਬਾ ਸਾਵਣ ਮੱਲ ਜੀ ਨੂੰ ਆਪਣੇ ਕੋਲ ਸੱਦਿਆ। ਗੁਰੂ ਅਮਰਦਾਸ ਸਾਹਿਬ ਜੀ ਨੇ 22 ਮੰਜੀਆਂ ਮੁਕਰਰ ਕੀਤੀਆਂ ਸਨ। ਉਹਨਾਂ 22 ਮੰਜੀਆਂ ਚੋਂ ਸਭ ਤੋਂ ਪਹਿਲੀ ਮੰਜੀ ਬਾਬਾ ਸਾਵਣ ਮੱਲ ਜੀ ਨੂੰ ਬਖਸ਼ੀ ਜਾ ਰਹੀ ਹੈ। ਇਹ ਉਹ ਕਥਾ ਹੈ ਬਾਬਾ ਸਾਵਣ ਮੱਲ ਜੀ। ਮਹਾਰਾਜ ਜੀ ਨੇ ਆਪਣੇ ਭਤੀਜੇ ਬਾਬਾ ਸਾਵਣ ਮੱਲ ਜੀ ਨੂੰ ਆਪਣੇ ਕੋਲ ਬੁਲਾਇਆ। ਰਾਜ ਹਰੀਪੁਰ ਕੋ ਜਹਾਂ ਤੈਂ ਕੋ ਗਮ ਨੀਜੇ। ਬੁਲਾ ਕੇ ਬਾਬੇ ਸਾਵਣ ਮੱਲ ਨੂੰ ਪਾਤਸ਼ਾਹ ਕਹਿੰਦੇ, ਸਾਵਣ ਮੱਲ ਇੱਥੇ ਪਹਾੜੀ ਰਿਆਸਤਾਂ ਵਿੱਚ ਇੱਕ ਰਿਆਸਤ ਹੈ ਹਰੀਪੁਰ, ਉੱਥੇ ਬੜਾ ਵੱਡਾ ਰਾਜ ਹੈ ਪਹਾੜੀ ਰਿਆਸਤਾਂ ਦਾ, ਕਿਉਂਕਿ ਪਹਾੜਾਂ ਵਿੱਚ ਲੰਮੀਆਂ ਸ਼ਤੀਰਾਂ ਜਿਹਨੂੰ ਆਪਾਂ ਚੀਲ ਦੀ ਲੱਕੜ ਕਹਿੰਦੇ ਨੇ, ਪੁਰਾਣੇ ਜਿਹੜੇ ਘਰ ਬਣਦੇ ਸਨ ਉਹ ਚੀਲ ਦੀ ਲੱਕੜ ਦੇ ਜਿਹੜੇ ਵੱਡੇ ਵੱਡੇ ਸ਼ਤੀਰ ਪਾਏ ਜਾਂਦੇ ਸੀ। ਉਹ ਨਾਲੇ ਤਾਂ ਲੰਮੀਆਂ ਹੁੰਦੀਆਂ, ਨਾਲੇ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਘੁਣ ਕੀੜਾ ਵਗੈਰਾ ਨਹੀਂ ਲੱਗਦਾ, ਉਹ ਵਧੀਆ ਲੱਕੜ ਮੰਨੀ ਜਾਂਦੀ ਸੀ। ਤੋ ਮਹਾਰਾਜ ਜੀ ਨੇ ਆਖਿਆ ਵੀ ਉੱਥੇ ਹਰੀਪੁਰ ਦੇ ਵਿੱਚ, ਹਰੀਪੁਰ ਦੇ ਰਾਜੇ ਦੀ ਰਿਆਸਤ ਬੜੀ ਵੱਡੀ ਹੈ, ਉੱਥੇ ਪਹਾੜਾਂ ਦੇ ਵਿੱਚ ਤੂੰ ਜਾਣਾ ਕਰ। ਦੀਰਘਦਾਰ ਸਮੂਹ ਜੋ ਨਿਜਪੁਰੀ ਅਨੀਜੇ। ਉੱਥੇ ਲੰਮੀਆਂ ਤੇ ਵੱਡੀਆਂ ਲੱਕੜਾਂ ਮਿਲਣਗੀਆਂ, ਉਹ ਉੱਥੋਂ ਲੈ ਕੇ ਤੁਸੀਂ ਆਪਣੀ ਨਗਰੀ ਗੋਇੰਦਵਾਲ ਸਾਹਿਬ ਚ ਵਾਪਸ ਆਓ। ਬੇੜੇ ਬਾਂਧੋ ਤਹਾਂ ਤੇ ਸਲਤਾ ਮੈਂ ਡਾਰੋ। ਉੱਥੋਂ ਨਗਰ ਦੇ ਨਾਲ ਨਾਲ ਦਰਿਆ ਆਉਂਦਾ ਬਿਆਸ ਉੱਤੋਂ,
ਉਹਦੇ ਵਿੱਚ ਤੁਸੀਂ ਲੱਕੜ ਦੇ ਬੇੜੇ ਬੰਨ੍ਹ ਕੇ ਛੱਡ ਦਿਓ, ਦਰਿਆ ਦੇ ਨਾਲ ਇੱਥੇ ਤੱਕ ਆ ਜਾਣਾ। ਇੱਥੋਂ ਫਿਰ ਬਾਅਦ ਵਿੱਚ ਕਿਉਂਕਿ ਦਰਿਆ ਨਾਲ ਵਗਦਾ, ਉੱਥੋਂ ਬਾਹਰ ਕੱਢ ਲਵਾਂਗੇ, ਕਿਉਂਕਿ ਢੋਆ ਢਵਾਈ ਵਾਸਤੇ ਤਾਂ ਏਡੇ ਵੱਡੇ ਸ਼ਤੀਰ ਉੱਥੋਂ ਲਿਆਉਣੇ ਔਖੇ ਸੀ। ਇਹੀ ਸਾਧਨ ਸੀ ਵੀ ਦਰਿਆ ਦੇ ਵਿੱਚ ਠੱਲ ਦੇਣੇ, ਉੱਥੋਂ ਥੱਲੇ ਆ ਜਾਣਾ ਮੈਦਾਨੀ ਇਲਾਕੇ 'ਚ, ਨਾਲ ਬੰਦੇ ਟੁਰ ਪੈਂਦੇ ਤੇ ਉਹ ਲੱਕੜ ਇੱਥੇ ਪਹੁੰਚ ਜਾਣੀ, ਜਿੱਥੇ ਹੁੰਦੀ ਉੱਥੋਂ ਬਾਹਰ ਕੱਢ ਲੈਂਦੇ। ਮਹਾਰਾਜ ਜੀ ਕਹਿੰਦੇ ਉੱਥੋਂ ਲੱਕੜਾਂ ਸਾਰੀਆਂ ਤੁਸੀਂ ਇਕੱਠੀਆਂ ਕਰਕੇ ਉਹਦੇ ਬੇੜੇ ਬੰਨ੍ਹ ਕੇ ਦਰਿਆ ਵਿੱਚ ਠਿੱਲ ਦੇਣੇ, ਨਾਲ ਉੱਥੋਂ ਨੌਕਰ ਚਾਕਰ ਆ ਜਾਣਗੇ। ਇੱਥੇ ਜਦੋਂ ਪਹੁੰਚੇਗੀ ਲੱਕੜ ਤੇ ਉਹ ਬਾਹਰ ਕੱਢ ਲਈ ਜਾਵੇਗੀ। ਜਾਈ ਬਿਲੰਬ ਨ ਲਾਈਏ ਤੂਰਨ ਤਾ ਧਾਰੂ। ਸਾਵਣ ਮੱਲ ਜੀ ਤੁਸੀਂ ਹੁਣ ਦੇਰੀ ਨਾ ਲਾਵੋ, ਬਿਨਾਂ ਦੇਰੀ ਕੀਤਿਆਂ ਜਿੰਨਾ ਛੇਤੀ ਹੋ ਸਕੇ ਇੱਥੋਂ ਜਾਓ। ਆਵੇਂ ਕਾਸ਼ ਟਬੋ ਇਹਾਂ ਨਰ ਲਿਹੀ ਨਿਕਾਸੀ। ਜਦੋਂ ਇੱਥੇ ਲੱਕੜ ਆਵੇਗੀ ਤੇ ਇੱਥੋਂ ਸਾਰੇ ਨਰ ਲੱਗ ਕੇ ਬਾਹਰ ਕੱਢ ਲੈਣਗੇ। ਕਰੇ ਸਦਨ ਨਿਜ ਬਸਨ ਕੋ ਪੁੰਨ ਲੈ ਸੁਖ ਰਾਸੀ। ਸਾਰੇ ਆਪੋ ਆਪਣੇ ਮਕਾਨ ਬਣਾਣਗੇ ਵਧੀਆ ਮਰਜ਼ੀ ਦੇ, ਤੇ ਸੁਖ ਦੇ ਨਾਲ ਉਹਨਾਂ 'ਚ ਵਸਣਗੇ, ਰਹਿਣਗੇ। ਸਾਵਣ ਮਲ ਬੋਲੇ ਹੋ ਸੁਨਤ ਜੋਰੇ ਜੁਗ ਹਾਥਾ। ਬਾਬੇ ਸਾਵਣ ਮੱਲ ਨੇ ਹੱਥ ਜੋੜੇ ਤੇ ਸਤਿਗੁਰਾਂ ਨੂੰ ਬੇਨਤੀ ਕਰਕੇ ਕਹਿਣ ਲੱਗੇ, ਦਰਬ ਬਿਨਾ ਕਿਮ ਆਏ ਹੈ ਨੈ ਨਰ ਗਨ ਸਾਥਾ। ਮਹਾਰਾਜ ਜੀ ਉੱਥੇ ਪੈਸੇ ਦਿੱਤੇ ਬਿਨਾਂ ਲੱਕੜਾਂ ਕਿਵੇਂ ਆਉਣਗੀਆਂ? ਫਿਰ ਮੈਨੂੰ ਭੇਜਣਾ ਵੀ ਤੁਸੀਂ ਇਕੱਲੇ ਨੂੰ ਐ, ਨਾਲ ਬੰਦੇ ਹੋਣ ਵੀ, ਜਾ ਕੇ ਚਲੋ ਉੱਥੋਂ ਕੱਟ ਕਟਾਈ ਕਰਕੇ ਅਸੀਂ ਲੈ ਆਵਾਂਗੇ। ਮਹਾਰਾਜ ਮਾਇਆ ਵੀ ਚਾਹੀਦੀ ਹੈ, ਧਨ ਤੋਂ ਬਿਨਾਂ ਇੰਨੀ ਲੱਕੜ ਉੱਥੋਂ ਕਿਵੇਂ ਲਿਆਵਾਂਗੇ? ਏਕਾ ਕੀ ਹੋਏ ਜਾਏ ਕੈ ਕਿਆ ਕਰਵ ਉਪਾਏ। ਫਿਰ ਮੈਨੂੰ ਤੁਸੀਂ ਇਕੱਲੇ ਨੂੰ ਭੇਜ ਦਿਓ, ਮੈਂ ਇਕੱਲਾ ਜਾ ਕੇ ਉੱਥੇ ਕੀ ਕਰਾਂਗਾ? ਬਗਾਨਾ ਦੇਸ਼ ਹੈ, ਨਾਲ ਕੋਈ ਬੰਦੇ ਨਹੀਂ ਚੱਲੇ, ਨੌਕਰ ਚਾਕਰ ਨਹੀਂ ਚੱਲੇ। ਮਹਾਰਾਜ ਕਿਵੇਂ ਲੈ ਕੇ ਆਵਾਂਗਾ? ਇਹ ਏਡਾ ਵੱਡਾ ਕੰਮ ਕਿਵੇਂ ਕਰਾਂਗਾ? ਪਰਬਤ ਬਾਸੀ ਲੋਕ ਜੇ ਕਿਮ ਕਹਿਓ ਕਮਾਏ। ਉਹ ਜਿਹੜੇ ਪਹਾੜੀਏ ਨੇ, ਪਰਬਤਾਂ 'ਚ ਰਹਿਣ ਵਾਲੇ, ਪਹਾੜਾਂ 'ਚ, ਮਹਾਰਾਜ ਉਹ ਮੇਰਾ ਕਹਿਣਾ ਕਿਵੇਂ ਮੰਨਣਗੇ? ਮੈਂ ਕਿਹੜਾ ਉਹਨਾਂ ਨੂੰ ਜਾਣਦਾ ਪਛਾਣਦਾ, ਮੇਰੀ ਕਿਹੜਾ ਉਹਨਾਂ ਨਾਲ ਕੋਈ ਸਾਂਝ ਹੈ? ਉਹ ਕਿਵੇਂ ਮੇਰਾ ਆਖਾ ਮੰਨਣਗੇ ਜਦੋਂ ਮੈਂ ਉਹਨਾਂ ਨੂੰ ਕਹਾਂਗਾ ਵੀ ਤੁਸੀਂ ਲੱਕੜਾਂ ਕੱਟ ਕੇ ਸਾਨੂੰ ਦਿਓ? ਮਹਾਰਾਜ ਉੱਥੇ ਕੋਈ ਜਾਣ ਪਹਿਚਾਣ ਵੀ ਮੇਰੀ ਨਹੀਂ ਹੈ। ਗੁਰ ਮਹਿਮਾ ਜਾਣੇ ਨਹੀਂ ਜੇ ਪਰਬਤ ਬਾਸੀ। ਫਿਰ ਉਹ ਪਹਾੜੀਏ ਮਹਾਰਾਜ ਤੁਹਾਡੀ ਮਹਿਮਾ ਵੀ ਨਹੀਂ ਜਾਣਦੇ, ਉਹ ਪਹਾੜਾਂ ਵਿੱਚ ਹੀ ਰਹਿੰਦੇ ਹੋ, ਕਦੇ ਇੱਧਰ ਥੱਲੇ ਤਰਾਈ ਦੇ ਇਲਾਕੇ 'ਚ ਆਏ ਹੀ ਨਹੀਂ। ਉਹ ਆਪ ਜੀ ਦੀ ਮਹਿਮਾ ਤੋਂ ਵੀ ਅਣਜਾਣ ਹਨ। ਲਿਆਵਨ ਕਾਠ ਸਮੂਹ ਕੋ ਕਿਮ ਕਰਵ ਪ੍ਰਿਆਸੀ। ਤੇ ਲੱਕੜ ਲਿਆਉਣ ਦਾ ਏਡਾ ਵੱਡਾ ਇਹ ਕਾਰਜ ਮਹਾਰਾਜ ਜੀ, ਫਿਰ ਲੱਕੜ ਚਾਹੀਦੀ ਵੀ ਬੇਅੰਤ ਹੈ, ਇਹ ਵੀ ਨਹੀਂ ਵੀ ਥੋੜੀ ਬਹੁਤ ਚਾਹੀਦੀ ਵੀ ਬੇਅੰਤ ਹੈ। ਕਈਆਂ ਦੇ ਘਰ ਉਸਰਨੇ ਨੇ। ਮਹਾਰਾਜ ਇਹ ਕੰਮ ਮੈਂ ਕਿਵੇਂ ਕਰਾਂ? ਕਿਵੇਂ ਉੱਥੋਂ ਲੱਕੜ ਲੈ ਕੇ ਆਵਾਂ? ਜੋ ਵਿਦ ਆਪ ਬਖਾਨ ਹੋ ਤੈਸੀ ਮੈਂ ਲਿਆਵੋ। ਮਹਾਰਾਜ ਜੀ ਤਰੀਕਾ ਤੁਸੀਂ ਦੱਸ ਦਿਓ, ਜਿਵੇਂ ਤੁਸੀਂ ਦੱਸੋਗੇ ਉਦਾਂ ਹੀ ਮੈਂ ਕਰਕੇ ਮਹਾਰਾਜ ਜੀ ਉੱਥੋਂ ਲੱਕੜ ਲੈ ਆਵਾਂਗਾ। ਕਹਿ ਅਜ਼ਮਤ ਮੁਝ ਨਿਕਟ ਹੋਏ ਨ੍ਰਿਪ ਕੋ ਦਰਸਾਵੋ। ਜਾਂ ਫਿਰ ਮਹਾਰਾਜ ਮੇਰੇ ਕੋਲ ਕੋਈ ਕਰਾਮਾਤ ਅਜ਼ਮਤ ਹੋਵੇ, ਮੈਂ ਉੱਥੇ ਉਸ ਰਾਜੇ ਨੂੰ ਵਿਖਾਵਾਂ, ਹਰੀਪੁਰ ਦੇ ਨੂੰ, ਉਹ ਵੇਖ ਕੇ ਪ੍ਰਭਾਵਿਤ ਹੋਵੇਗਾ ਤੇ ਮੇਰਾ ਅੱਖਾਂ ਮੰਨ ਕੇ ਆਪੇ ਹੀ ਜਿਵੇਂ ਮੈਂ ਕਵਾਂਗਾ ਉਹ ਕਰ ਲਵੇਗਾ। ਮਹਾਰਾਜ ਜਾਂ ਫਿਰ ਮੇਰੇ ਕੋਲ ਕੋਈ ਕਰਾਮਾਤ ਜਾਂ ਅਜ਼ਮਤ ਹੋਵੇ ਤੇ ਮੈਂ ਉੱਥੇ ਦੇ ਰਾਜੇ ਨੂੰ ਵਿਖਾਵਾਂ। ਕਰੋ ਸਿੱਖ ਤਿਸ ਦੇਸ਼ ਕੋ ਆਗਿਆ ਪੁਨ ਮਾਨੇ। ਆਪਣੀ ਅਜ਼ਮਤ ਦੇ ਬਲ ਨਾਲ ਉਹਨਾਂ ਨੂੰ ਆਪਣਾ ਸੇਵਕ ਬਣਾਵਾਂ, ਫਿਰ ਤਾਂ ਉਹ ਮੇਰਾ ਕਹਿਆ ਮੰਨਣਗੇ, ਮੇਰੇ ਆਖੇ ਲੱਗ ਕੇ ਲੱਕੜ ਕੱਟ ਕੇ ਭੇਜਣਗੇ। ਆਵੇਂ ਦੀਰਗਦਾਰ ਤਬ ਹਮ ਜਿਤਕ ਬਖਾਨੇ। ਮਹਾਰਾਜ ਫਿਰ ਤਾਂ ਜਿੰਨੀ ਲੱਕੜ ਕਵਾਂਗੇ ਓਨੀ ਆ ਜਾਏਗੀ। ਜੇ ਮੇਰੇ ਕੋਲ ਕੋਈ ਕਰਾਮਾਤ ਹੋਵੇ ਤੇ ਉਹਨਾਂ ਨੂੰ ਵਿਖਾਵਾਂ, ਕਰਾਮਾਤ ਦੇ ਜ਼ੋਰ ਨਾਲ ਉਹਨਾਂ ਨੂੰ ਆਪਣੇ ਚੇਲੇ ਬਣਾ ਕੇ ਜਿੰਨੀ ਮਰਜ਼ੀ ਲੱਕੜ ਚਾਹੀਦੀ ਹੋਵੇਗੀ ਉਹ ਆਪਾਂ ਮੰਗਾ ਸਕਾਂਗੇ। ਤਬ ਸੁਨ ਕੇ ਸ਼੍ਰੀ ਅਮਰ ਜੀ ਲਖ ਕੇ ਤਿਸ ਆਸ਼ੇ। ਬਾਬੇ ਸਾਵਣ ਮੱਲ ਦਾ ਇਹ ਆਸ਼ਾ ਗੁਰੂ ਸਾਹਿਬ ਜੀ ਨੇ ਜਾਣਿਆ, ਵੇਖਿਆ ਕਿ ਸਾਵਣ ਮੱਲ ਕਹਿ ਵੀ ਸਹੀ ਰਿਹਾ, ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਲੀਲਾ ਵੀ ਵਰਤਾਣੀ ਸੀ। ਮਹਾਰਾਜ ਜੀ ਦਾ ਚੋਜ ਸੀ ਸਤਿਗੁਰਾਂ ਦਾ। ਸਾਵਣ ਮੱਲ ਦੇ ਮਨ ਦੀ ਮਨਸਾ ਜਾਣ ਕੇ ਕਹਿਓ ਕਿ ਜੈਸੇ ਚਿਤ ਚਾਹੋ
ਤਸ ਹੋਏ ਤੋ ਪਾਸੇ। ਮਹਾਰਾਜ ਜੀ ਕਹਿਣ ਲੱਗੇ ਸਾਵਣ ਮਲ ਤੂੰ ਜਾ, ਜਿਵੇਂ ਆਪਣੇ ਚਿੱਤ 'ਚ ਜੋ ਚਾਹੇਗਾ ਉਹ ਝੱਟ ਹੋ ਜਾਇਆ ਕਰੇਗਾ। ਤੈਨੂੰ ਫੁਰਨਾ ਸ਼ਕਤੀ ਦੇ ਦਿੰਨੇ ਆ, ਜਿਹੜਾ ਮਨ 'ਚ ਸੰਕਲਪ ਕਰੇਗਾ ਜੋ ਚਾਹੇਗਾ ਉਹ ਝੱਟ ਹੋ ਜਾਇਆ ਕਰੇਗਾ। ਸਾਵਣ ਮਲ ਕੀ ਮਾਤ ਨੇ ਸੁਨ ਸ਼੍ਰੋਨ ਮਜਾਰਾ। ਬਾਬਾ ਸਾਵਣ ਮਲ ਜੀ ਕਹਿੰਦੇ 7 ਵਚਨ। ਇੰਨੇ ਨੂੰ ਬਾਬੇ ਸਾਵਣ ਮਲ ਦੀ ਮਾਂ ਨੂੰ ਪਤਾ ਲੱਗਾ ਕਿ ਮੇਰੇ ਪੁੱਤਰ ਨੂੰ ਸਤਿਗੁਰੂ ਜੀ ਪਹਾੜਾਂ 'ਚ ਭੇਜਣ ਲੱਗੇ ਐ। ਉਹ ਦੌੜੀ ਆਈ ਸਤਿਗੁਰਾਂ ਦੇ ਕੋਲ। ਕਰਿਓ ਪੁੱਤਰ ਕੋ ਮੋਹਬੋ ਉਰ ਮੈਂ ਡਰ ਤਾਰਾ। ਉਹਨੂੰ ਆਪਣੇ ਪੁੱਤਰ ਸਾਵਣ ਮਲ ਦਾ ਬੜਾ ਮੋਹ ਤੇ ਮਨ 'ਚ ਬੜੀ ਡਰੀ ਹੋਈ ਸਹਿਮੀ ਹੋਈ ਐ। ਕੰਪਨ ਹਾਥਨ ਪਗਨ ਤੇ ਧਰਕਤ ਬੋਹੀਆ। ਉਹਦੇ ਹੱਥ ਤੇ ਪੈਰ ਡਰ ਨਾਲ ਕੰਬੀ ਜਾਂਦੇ ਨੇ ਤੇ ਜਿਹੜਾ ਹਿਰਦੇ ਦੀ ਧੜਕਣ ਹੈ ਉਹ ਵੀ ਡਰ ਦੇ ਨਾਲ ਬੜੀ ਤੇਜ਼ ਹੋ ਰਹੀ ਹੈ। ਚਲ ਆਈ ਸਤਿਗੁਰ ਨਿਕਟ ਅਸ ਬੋਲਨ ਕੀਆ। ਬੜੀ ਡਰੀ ਹੋਈ ਸਹਿਮੀ ਹੋਈ ਕੰਬਦੇ ਹੋਏ ਹੱਥਾਂ ਪੈਰਾਂ ਨਾਲ ਇਹਨੇ ਆ ਕੇ ਸਤਿਗੁਰਾਂ ਦੇ ਚਰਨਾਂ 'ਚ ਬੇਨਤੀ ਕੀਤੀ। ਹਾਥ ਜੋਰ ਕੰਪਤ ਖਰੀ ਇੱਕ ਸੁਤ ਹੈ ਮੇਰੇ। ਸਿਰ ਨੀਵਾ ਕੀਤਾ ਹੋਇਆ ਔਰ ਮਹਾਰਾਜ ਜੀ ਦੇ ਸਨਮੁਖ ਹੱਥ ਜੋੜ ਕੇ ਖੜੀ ਹੈ। ਕਹਿਣ ਲੱਗੀ ਮਹਾਰਾਜ ਮੇਰਾ ਇੱਕੋ ਇੱਕ ਪੁੱਤਰ, ਨਾਲੇ ਕੰਬੀ ਜਾਂਦੀ ਹੈ। ਸਤਿਗੁਰੂ ਜੀ ਵੱਡੇ ਹਨ ਪਰਿਵਾਰ ਦੇ ਵਿੱਚ। ਮਹਾਰਾਜ ਜੀ ਦੇ ਭਰਾ ਦੀ ਧਰਮ ਸੁਪਤਨੀ ਹੈ। ਤੋ ਗਰੀਬ ਨਵਾਜ ਸਤਿਗੁਰਾਂ ਨੂੰ ਹੱਥ ਜੋੜ ਕੇ ਬੜੇ ਸਨਿਮਰ ਭਾਵ ਨਾਲ ਡਰਦੀ ਡਰਦੀ ਬੋਲ ਰਹੀ ਹੈ, ਮਹਾਰਾਜ ਜੀ ਮੇਰਾ ਇੱਕੋ ਇੱਕ ਪੁੱਤਰ ਹੈ। ਡਾਕਨ ਪਰਬਤ ਮੈਂ ਰਹਿਤ ਹੈ ਮੈਂ ਸੁਨੀ ਕਨੇਰੇ। ਮਹਾਰਾਜ ਜੀ ਮੈਂ ਸੁਣਿਆ ਵੀ ਉੱਥੇ ਪਹਾੜਾਂ ਵਿੱਚ ਬੜੀਆਂ ਬੜੀਆਂ ਡਾਕਣਾਂ ਪ੍ਰੇਤਣਾ ਰਹਿੰਦੀਆਂ। ਇਹ ਆਮ ਕਰਕੇ ਹੀ ਵਹਿਮ ਹੁੰਦਾ ਸੀ ਮਾਵਾਂ ਦੇ ਹਿਰਦਿਆਂ 'ਚ ਵੀ ਮੈਂ ਆਪਣੇ ਪੁੱਤ ਨੂੰ ਨਹੀਂ ਦੂਰ ਪ੍ਰਦੇਸ਼ ਜਾਣ ਦੇਣਾ, ਕਿ ਉਹ ਦੂਰ ਪ੍ਰਦੇਸ਼ ਵਿੱਚ ਕਿਤੇ ਜਾਵੇਗਾ ਖਬਰੇ ਉੱਥੇ ਕੀ ਹੋਵੇ ਕੀ ਨਾ ਹੋਵੇ। ਵੀ ਮੇਰੀਆਂ ਅੱਖਾਂ ਦੇ ਸਾਹਮਣੇ ਮੇਰਾ ਪੁੱਤਰ, ਇਹ ਮਾਵਾਂ ਦੀ ਮਮਤਾ ਹੁੰਦੀ ਸੀ। ਤੋ ਇਹ ਕਹਿਣ ਲੱਗੀ ਮਹਾਰਾਜ ਵੀ ਉੱਥੇ ਪਹਾੜਾਂ ਦੇ ਵਿੱਚ ਬੜੀਆਂ ਬੜੀਆਂ ਡਾਕਣਾਂ ਬੜੇ ਬੜੇ ਪ੍ਰੇਤ ਰਹਿੰਦੇ ਆ ਮਹਾਰਾਜ, ਤੇ ਉਹ ਜਦੋਂ ਮੇਰਾ ਪੁੱਤ ਉੱਥੇ ਜਾਵੇਗਾ ਖਬਰੇ ਉਹ ਕੀ ਕਰਨ। ਕਾਢ ਕਰੇਜਾ ਖਾਏਂਗੀ ਪਰਦੇਸੀ ਜਾਣੇ। ਮਹਾਰਾਜ ਮੈਂ ਸੁਣਿਆ ਵੀ ਉਹ ਜਿਹੜੀਆਂ ਡਾਕਣਾਂ ਨੇ ਉੱਥੇ ਜੇ ਕੋਈ ਪਰਦੇਸੀ ਬੰਦਾ ਜਾਂਦਾ ਤੇ ਉਹਦਾ ਕਲੇਜਾ ਕੱਢ ਕੇ ਖਾ ਜਾਂਦੀਆਂ। ਤੇ ਮਹਾਰਾਜ ਮੇਰਾ ਪੁੱਤ ਉੱਥੇ ਜਾਏਗਾ ਉਹ ਕਲੇਜਾ ਕੱਢ ਲੈਣਗੀਆਂ। ਇਹਦਾ ਇੱਕੋ ਇੱਕ ਮੇਰਾ ਪੁੱਤ ਹੈ ਮਹਾਰਾਜ, ਇਹਦਾ ਤਾਂ ਮੈਨੂੰ ਆਸਰਾ ਹੈ, ਉਹਨੂੰ ਵੀ ਤੁਸੀਂ ਇਹੋ ਜੀ ਥਾਂ ਤੇ ਭੇਜ ਰਹੇ ਹੋ। ਨੈ ਕੁਛ ਚਲੇ ਸਹਾਇਤਾ ਜਬ ਪ੍ਰਾਨ ਨਹਾਨੇ। ਜਦੋਂ ਕਲੇਜਾ ਕੱਢਣਗੀਆਂ ਫਿਰ ਉੱਥੇ ਦੀ ਸਹਾਇਤਾ ਕੌਣ ਕਰੇਗਾ ਮਹਾਰਾਜ, ਉਹ ਇਹਦੇ ਪ੍ਰਾਣ ਕੱਢ ਲੈਣਗੀਆਂ। ਇੱਕ ਪੁੱਤਰਾ ਮੁਝ ਜਾਣ ਕੈ ਕੀ ਜੇ ਨਿਜ ਦਾਇਆ। ਮਹਾਰਾਜ ਮੇਰੇ ਤੇ ਆਪਣੀ ਦਇਆ ਕਰੋ, ਤਰਸ ਕਰੋ, ਮੇਰਾ ਇੱਕੋ ਇੱਕ ਪੁੱਤਰ ਹੈ, ਬਸ ਇਹ ਵੇਖੋ, ਇੱਕੋ ਇੱਕ ਪੁੱਤਰ ਵੇਖ ਕੇ ਮੇਰੇ ਤੇ ਤਰਸ ਕਰੋ, ਦਇਆ ਕਰੋ। ਜਿਸ ਤੇ ਇਹ ਜੀਵਤ ਰਹੇ ਸੁਖ ਹੋਏ ਅਧਿਕਾਇਆ। ਇਹਦੇ ਨਾਲ ਇਹਦੀ ਲੰਮੀ ਉਮਰ ਹੋਵੇ ਤੇ ਸੁਖ ਨਾਲ ਵਸੇ। ਇਸ ਕੋ ਨਹੀਂ ਪਛਾਨ ਕੁਛ ਬਿਰਮਾਏ ਕੁਚਾਲੀ। ਮਹਾਰਾਜ ਇਹ ਤਾਂ ਭੋਲਾ ਜਿਹਾ ਪੰਛੀ ਹੈ, ਇਹਨੂੰ ਕੀ ਪਤਾ ਉੱਥੇ ਕੀ ਹੁੰਦਾ, ਇਹਨੂੰ ਕੀ ਪਤਾ ਮਹਾਰਾਜ। ਇਹਨੂੰ ਤਾਂ ਉਹਨਾਂ ਡਾਕਣਾ ਨੇ ਜਿਹੜੇ ਉੱਥੀਆਂ ਰਹਿੰਦੀਆਂ ਨੇ ਡੈਣਾ, ਉਹਨਾਂ ਨੇ ਝਾਟੇ ਨੂੰ ਭਰਮਾ ਲੈਣਾ, ਝਾਟੀਏ ਨੂੰ ਉਲਝਾ ਲੈਣਾ ਮਹਾਰਾਜ ਜੀ। ਕਿਮ ਆਵੇ ਹਟ ਸਦਨ ਕੋ ਜੇ ਬਿਗਨ ਬਿਸਾਲੀ। ਜਿੱਥੇ ਇੰਨੇ ਬਿਗਨ ਨੇ ਉਹਨਾਂ ਪਹਾੜਾਂ ਵਿੱਚ, ਉੱਥੋਂ ਇਹ ਕਿਵੇਂ ਵਾਪਸ ਮੁੜ ਕੇ ਆਵੇਗਾ, ਕਿਵੇਂ ਪਰਤ ਕੇ ਆਵੇਗਾ। ਸੁਤ ਸਨੇ ਬਿਰਦਾ ਮਹਾ ਸੁਨ ਬਾਕ ਸੁਤਰਾਸਾ। ਕਹਿੰਦੇ ਜਦੋਂ ਮਾਤਾ ਦੇ ਇਹ ਬਚਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੁਣੇ, ਕਰੁਣਾ ਨਿਧ ਬਿਗਸੇ ਬਹੁਤ ਕਹਿੰਦੇ ਪਰਵਾਸਾ। ਮਹਾਰਾਜ ਜੀ ਹੱਸ ਪਏ। ਜਿਵੇਂ ਆਮ ਮਾਈਆਂ ਦੇ ਮਨ 'ਚ ਹੁੰਦਾ ਸੀ ਵੀ ਉੱਥੇ ਤਾਂ ਡੈਣਾ ਹੁੰਦੀਆਂ, ਕਹਿੰਦੀ ਜੀ ਕਲੇਜਾ ਕੱਢ ਕੇ ਖਾ ਜਾਣਗੀਆਂ ਮੇਰੇ ਪੁੱਤ ਦਾ। ਮਹਾਰਾਜ ਜੀ ਹੱਸ ਪਏ, ਉਹਨੂੰ ਧੀਰਜ ਤੇ ਤਰਵਾਸ ਦੇਣ ਵਾਸਤੇ ਬੋਲੇ, ਤੋਹੇ ਪੁੱਤਰ ਕੋ ਭੈ ਨਹੀਂ
ਗਨ ਭੂਤ ਜੋ ਪ੍ਰੇਤਾ। ਮਹਾਰਾਜ ਜੀ ਕਹਿੰਦੇ ਤੇਰੇ ਪੁੱਤਰ ਨੂੰ ਕੋਈ ਭੈ ਨਹੀਂ ਹੋਵੇਗਾ, ਨਾ ਕਿਸੇ ਭੂਤ ਦਾ, ਨਾ ਕਿਸੇ ਪ੍ਰੇਤ ਦਾ, ਨਾ ਕਿਸੇ ਡਾਕਣ ਦਾ। ਡਾਕਨ ਬਪਰੀ ਕਿਆ ਕਰੇ ਵੱਡ ਭਾ ਬਲ ਏਤਾ। ਇਹਦੇ ਚ ਇੰਨਾ ਬਲ ਭਰ ਦਿੱਤਾ ਅਸੀਂ ਕਿ ਜਿਹੜੀਆਂ ਉਹ ਵਿਚਾਰੀਆਂ ਡਾਕਣਾ ਨੇ ਉਹ ਵੀ ਇਹਦਾ ਕੁਝ ਨਹੀਂ ਕਰ ਸਕਣਗੀਆਂ, ਇਹਦਾ ਕੁਝ ਨਹੀਂ ਵਿਗਾੜ ਸਕਣਗੀਆਂ। ਵੀਰ 52 ਜੋਗਨੀ ਇਸੇ ਆਏ ਸਮਾਨੇ। ਜਿਹੜੇ 52 ਵੀਰ 64 ਜੋਗਣੀਆਂ ਨੇ ਉਹ ਸਭ ਇਹਦੀ ਆਗਿਆ ਮੰਨਣਗੇ, ਇਹਦੇ ਹੁਕਮ ਚ ਚੱਲਣਗੇ। ਸਰਬ ਸੁਰ ਅਸੁਰ ਜਿਤ ਕੀਤੀ ਡਰ ਧਰੇ ਮਹਾਨੇ। ਜਿੰਨੇ ਦੇਵਤੇ ਤੇ ਦਾਨਵ ਨੇ ਉਹ ਸਭ ਇਹਦਾ ਭੈ ਮੰਨਣਗੇ, ਇਹਦਾ ਡਰ ਮੰਨਣਗੇ, ਇਹਦੀ ਆਗਿਆ ਮੰਨਣਗੇ। ਮਹਾਸ਼ਕਤ ਇਸ ਮੈਂ ਪਈ ਨੇ ਕੀਜੇ ਤਰਾਸਾ। ਇਹਦੇ ਚ ਮਹਾਨ ਸ਼ਕਤੀ ਆ ਗਈ ਹੈ, ਇਸ ਕਰਕੇ ਤੂੰ ਮਨ ਚ ਡਰ ਤੇ ਭੈ ਨਾ ਰੱਖ। ਗਈ ਸਦਨ ਕੋ ਦੀਨ ਬਨ ਕੁਛ ਕਰ ਪਰਵਾਸਾ। ਉਹਦੇ ਮਨ ਨੂੰ ਥੋੜੀ ਜੀ ਤਸੱਲੀ ਹੋਈ, ਪਰਵਾਸਾ ਜਿਹਾ ਬਣ ਗਿਆ, ਫਿਰ ਵੀ ਮਨ ਚ ਥੋੜੀ ਪਰੇਸ਼ਾਨੀ ਹੈ। ਗੁਰਦੇਵ ਨੂੰ ਨਮਸਕਾਰ ਕਰਕੇ ਵਾਪਸ ਚਲੀ ਗਈ। ਸਾਵਣ ਮਲ ਹਕਾਰ ਪੁਨ ਨਿਜ ਨਿਕਟ ਬਿਠਾਵਾ। ਮਹਾਰਾਜ ਜੀ ਨੇ ਬਾਬੇ ਸਾਵਣ ਮਲ ਨੂੰ ਕੋਲ ਬਿਠਾ ਲਿਆ, ਆਪਣੇ ਨੇੜੇ ਬਿਠਾ ਕੇ। ਇਕ ਰੁਮਾਲ ਕਰ ਪਹੁੰਚ ਨੂੰ ਗੁਰੇ ਹਾਥੇ ਉਠਾਵਾ। ਮਹਾਰਾਜ ਜੀ ਦੇ ਦਸਤ ਕਮਲਾਂ ਵਿੱਚ, ਸੋਹਣੇ ਹੱਥਾਂ ਦੇ ਵਿੱਚ ਇੱਕ ਰੁਮਾਲ ਹੈ। ਉਹ ਮਹਾਰਾਜ ਜੀ ਹੱਥ ਪੂੰਝਣ ਵਾਸਤੇ ਆਪਣੇ ਕੋਲ ਰੱਖਿਆ ਹੋਇਆ ਸੀ। ਉਹ ਜਿਹੜਾ ਰੁਮਾਲ ਸੀ ਮਹਾਰਾਜ ਜੀ ਨੇ ਚੁੱਕਿਆ। ਦਿਓ ਤਿਸੇ ਸਮਝਾਏ ਕਰ ਇਸ ਅਜ਼ਮਤ ਭਾਰੀ। ਉਹ ਰੁਮਾਲ ਬਾਬੇ ਸਾਵਣ ਮਲ ਨੂੰ ਦੇਂਦਿਆਂ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ ਬਚਨ ਕਹੇ, ਆਖਿਆ ਸਾਵਣ ਮਲ ਇਹ ਰੁਮਾਲ ਨਹੀਂ, ਇਹ ਅਜਮਤਾਂ ਦੀ ਥੈਲੀ ਹੈ। ਇਹ ਰੁਮਾਲ ਨਹੀਂ ਹੈ, ਇਹ ਸਮਝ ਲੈ ਵੀ ਇਹਦੇ ਚ ਸਾਰੀਆਂ ਅਜਮਤਾਂ ਸ਼ਕਤੀਆਂ ਹਨ। ਚਾਹੇ ਜੇ ਕਿਸੇ ਸੰਘਾਰ ਦਿਓ ਚਾਹੇ ਮਿਰਤਕ ਜੀਵਾਰੀ। ਤੂੰ ਜਿਹਨੂੰ ਚਾਹੇ ਮਾਰਨਾ, ਚਾਹੇ ਮਾਰ ਸਕਣ ਦੀ ਤਾਕਤ ਤੇਰੇ ਕੋਲ ਹੈ। ਜੇ ਕਿਸੇ ਮਰੇ ਨੂੰ ਜਵਾਲਣਾ ਚਾਹੇ ਤੇ ਜਵਾਲਣ ਦੀ ਸ਼ਕਤੀ ਵੀ ਇਹਦੇ ਵਿੱਚ ਤੇਰੇ ਕੋਲ ਆ ਗਈ ਹੈ। ਇਹਦੇ ਨਾਲ ਇਹ ਮਾਰਨ ਤੇ ਜਵਾਲਣ ਦੀ ਸ਼ਕਤੀ ਵੀ ਹੈ। ਜਿਸ ਕੀ ਚਿਤ ਮੈਂ ਚਾਹ ਹੋਏ ਇਸ ਮੈਂ ਤੇ ਲੀਜੇ। ਜਿਹਦੇ ਮਨ 'ਚ ਜੋ ਚਾਹਨਾ ਹੋਵੇਗੀ ਉਹਨੂੰ ਇਸ ਰੁਮਾਲ 'ਚੋਂ ਸਭ ਕੁਝ ਮਿਲੀ ਜਾਏਗਾ। ਜੋ ਕਾਮਨਾ ਹੋਵੇਗੀ ਇਹ ਰੁਮਾਲ ਵਿੱਚ ਉਹਦੀ ਕਾਮਨਾ ਦੀ ਪੂਰਤੀ ਹੋਈ ਜਾਵੇਗੀ। ਸਰਬ ਸੁਰ ਅਸੁਰ ਆਦਰੇ ਚਾਹੇ ਸੋ ਕਹਿ ਦੀਜੇ। ਜਿੰਨੇ ਦੇਵਤੇ ਨੇ, ਜਿੰਨੇ ਰਾਖਸ਼ ਨੇ, ਉਹ ਸਭ ਤੁਹਾਡੀ ਆਗਿਆ 'ਚ ਚੱਲਣਗੇ ਸਾਵਣ ਮਲ। ਜੋ ਤੂੰ ਉਹਨਾਂ ਨੂੰ ਕਹੇਗਾ ਉਹ ਤੇਰੇ ਕਹੇ ਨੂੰ ਮੰਨਣਗੇ। ਥਾਤੀ ਅਜ਼ਮਤ ਕੀ ਇਹੀ ਨੇ ਸੰਸੇ ਮਾਨੋ। ਇਹ ਰੁਮਾਲ ਕੱਲਾ ਕੱਪੜਾ ਨਾ ਸਮਝੀ, ਸਾਵਣ ਮਲ ਇਹ ਰੁਮਾਲ ਨਹੀਂ, ਇਹ ਕਰਾਮਾਤਾਂ, ਅਜਮਤਾਂ ਤੇ ਸ਼ਕਤੀਆਂ ਦਾ ਖਜ਼ਾਨਾ ਹੈ, ਥੈਲੀ ਹੈ। ਇਹ ਜੋ ਤੈਨੂੰ ਦਿੱਤੀ ਹੈ ਇਹਦਾ ਸਤਿਕਾਰ ਕਰੀ। ਕਰੋ ਦੇਸ਼ ਸਿੱਖ ਆਪਨੋ ਪੁਨ ਕਾਜ ਬਖਾਨੋ। ਜਾ ਜਾ ਕੇ ਇਸ ਰੁਮਾਲ ਦੀ ਅਜਮਤ ਨਾਲ ਉਸ ਸਾਰੇ ਹਰੀਪੁਰ ਦੇਸ਼ ਨੂੰ ਆਪਣਾ ਸੇਵਕ ਕਰਕੇ ਜੋ ਉਹਨਾਂ ਨੂੰ ਕਹੇਗਾ ਉਹ ਤੇਰੀ ਗੱਲ ਮੰਨਣਗੇ। ਬਪਰੇ ਕਹਾਂ ਪਹਾੜੀਏ ਆਇਸ ਨੇ ਮਾਨੇ। ਇਹ ਪਹਾੜੀਏ ਵਿਚਾਰੇ ਕੀ ਨੇ ਜਿਹੜੇ ਤੇਰੀ ਆਗਿਆ ਨਾ ਮੰਨਣ। ਤੀਨ ਲੋਕ ਪਰ ਹੁਕਮ ਤੁਵ ਨੇ ਫੇਰਨ ਠਾਨੇ। ਇਸ ਰੁਮਾਲ ਦੇ ਬਲ ਨਾਲ ਸਾਵਣ ਮਲ ਤੇਰਾ ਹੁਕਮ ਤਿੰਨਾਂ ਲੋਕਾਂ 'ਚ ਚੱਲੇਗਾ, ਕੋਈ ਤੇਰਾ ਹੁਕਮ ਨਾ ਮੋੜ ਸਕੇਗਾ। ਉਹ ਵਿਚਾਰੇ ਪਹਾੜੀਏ ਤਾਂ ਕੀ ਨੇ, ਤਿੰਨਾਂ ਲੋਕਾਂ ਵਿੱਚ ਜੋ ਤੂੰ ਹੁਕਮ ਕਰੇਗਾ ਇਸ ਰੁਮਾਲ ਦੀ ਬਰਕਤ ਨਾਲ, ਤਿੰਨਾਂ ਲੋਕਾਂ 'ਚ ਤੇਰਾ ਹੁਕਮ ਕੋਈ ਨਹੀਂ ਮੋੜ ਸਕੇਗਾ। ਲੈ ਰੁਮਾਲ ਹਰ ਖਿਉਰੇ ਦੇ ਕਰ ਜੋਰ ਬਖਾਨੀ। ਸਾਵਣ ਮੱਲ ਜੀ ਬੜੇ ਖੁਸ਼ ਹੋਏ, ਰੁਮਾਲ ਲੈ ਕੇ ਨਮਸਕਾਰ ਕੀਤੀ। ਪ੍ਰਭ ਜੀ ਸਭ ਕਾਰਜ ਬਨੇ ਅਜ਼ਮਤ ਲੈ ਮਾਨੀ। ਔਰ ਜਾਣ ਲਿਆ ਕਿ ਸਤਿਗੁਰੂ ਜੀ ਇਹ ਸਾਰੇ ਕਾਰਜ ਆਪ ਜੀ ਦੇ ਨੇ, ਆਪ ਜੀ ਨੇ ਕਰਨੇ ਹਨ। ਲੈ ਰੁਮਾਲ ਸਿਰ ਪਰ ਧਰਿਓ ਖੁੱਲ ਗਏ ਕਪਾਟਾ। ਕਹਿੰਦੇ ਜਦੋਂ ਬਾਬਾ ਸਾਵਣ ਮੱਲ ਜੀ ਨੇ ਰੁਮਾਲ ਆਪਣੇ ਸਿਰ ਤੇ ਧਰਿਆ ਨਾ ਸਤਕਾਰ ਵਜੋਂ ਕਿ ਗੁਰੂ ਪਾਤਸ਼ਾਹ ਨੇ ਬਖਸ਼ਿਆ, ਆਪਣੇ ਸੀਸ ਤੇ ਰੱਖਿਆ। ਸਭ ਸਿੱਧਾਂ ਆਗੇ ਖਰੀ
ਹੀਰਿਓ ਵੱਡ ਠਾਠਾ। ਕਹਿੰਦੇ ਇੱਕਦਮ ਕਪਾਟ ਖੁੱਲੇ, ਕੀ ਵੇਖਿਆ ਕਿ ਉਸ ਰੁਮਾਲ ਦੀ ਬਰਕਤ ਨਾਲ ਜਿੰਨੀਆਂ ਰਿੱਧੀਆਂ ਸਿੱਧੀਆਂ ਅਜਮਤਾਂ ਸ਼ਕਤੀਆਂ ਸਭ ਦੇ ਦਰਸ਼ਨ ਹੋ ਗਏ, ਸਨਮੁਖ ਖਲੋਤੀਆਂ ਹਨ ਕਿ ਮਹਾਰਾਜ ਜੀ ਦੇ ਉਸ ਰੁਮਾਲ ਦੇ ਤਾਬਿਆਂ ਹਨ ਇਹ ਸਾਰੀਆਂ। ਬੰਧਨ ਕਰ ਗਮਨਿਓ ਸਦਨ ਮਾਤ ਆਦ ਕੁਟੰਬਾ। ਜਾ ਕੇ ਮਹਾਰਾਜ ਜੀ ਨੂੰ ਨਮਸਕਾਰ ਕੀਤੀ, ਨਮਸਕਾਰ ਕਰਕੇ ਆਪਣੇ ਘਰ ਗਏ, ਪਰਿਵਾਰ ਨੂੰ ਕੁਟੰਬੀਆਂ ਨੂੰ ਮਿਲੇ। ਸਭ ਕੋ ਧੀਰਜ ਕਹਿ ਦਈ ਮੁਝ ਬਡੋ ਅਲੰਬਾ। ਸਭ ਨੂੰ ਧੀਰਜ ਦਿੱਤਾ, ਆਖਿਆ ਮਾਂ ਚਿੰਤਾ ਨਾ ਕਰ, ਸਤਿਗੁਰੂ ਜੀ ਨੇ ਮੈਨੂੰ ਬੜਾ ਵੱਡਾ ਆਸਰਾ ਦੇ ਕੇ ਟੋਰਿਆ, ਬੜਾ ਵੱਡਾ ਆਸਰਾ। ਇਹ ਨਾ ਸਮਝ ਮੈਂ ਕੱਲਾ ਚੱਲਿਆ ਹਾਂ, ਮਹਾਰਾਜ ਜੀ ਨੇ ਏਡੀ ਵੱਡੀ ਤਾਕਤ ਦੇ ਦਿੱਤੀ ਆ ਕਿ ਦੁਨੀਆ ਦੀਆਂ ਸਾਰੀਆਂ ਸ਼ਕਤੀਆਂ ਜਿੰਨੇ ਸੁਰ ਨੇ ਸਭ ਮੇਰੇ ਤਾਬਿਆਂ ਕਰਕੇ ਭੇਜ ਦਿੱਤੇ ਹਨ। ਏਡੀ ਵੱਡੀ ਤਾਕਤ ਦੇ ਕੇ ਮੈਨੂੰ ਭੇਜ ਰਹੇ ਨੇ। ਨੈ ਚਿੰਤਾ ਚਿਤ ਮੈਂ ਕਰੋ ਪਦ ਊਚ ਮਿਲਿਓ ਹੈ। ਮਨ 'ਚ ਕਿਸੇ ਪ੍ਰਕਾਰ ਦਾ ਫਿਕਰ ਨਾ ਕਰੀ ਮਾਈ, ਸਤਿਗੁਰਾਂ ਨੇ ਮੈਨੂੰ ਬੜੀ ਉੱਚੀ ਪਦਵੀ ਦੇ ਕੇ ਨਵਾਜਿਆ ਹੈ। ਮੁਦਤ ਕਰਿਓ ਪਰਿਵਾਰ ਕੋ ਪੁਨ ਪੰਥ ਚਲਿਓ ਹੈ। ਇਹਦਾ ਪਰਿਵਾਰ ਨੂੰ ਮਿਲ ਕੇ ਸਾਰਿਆਂ ਨੂੰ ਖੁਸ਼ੀ ਦਿੱਤੀ ਔਰ ਸਭ ਨੂੰ ਮਿਲ ਕੇ ਬਾਬਾ ਸਾਵਣ ਮੱਲ ਜੀ ਸ੍ਰੀ ਗੋਇੰਦਵਾਲ ਸਾਹਿਬ ਤੋਂ ਗੁਰੂ ਚਰਨਾਂ 'ਚ ਪ੍ਰਣਾਮ ਕਰਕੇ ਹਰੀਪੁਰ ਨੂੰ ਚੱਲ ਪਏ। ਸਨੇ ਸਨੇ ਗਮਨਿਓ ਤਬੇ ਮਗ ਉਲੰਘਿਓ ਸਾਰੇ। ਸਨੇ ਸਨੇ ਸਹਿਜੇ ਸਹਿਜੇ ਚੱਲ ਕੇ ਸਾਰਾ ਪੈਂਡਾ ਤੈਅ ਕਰਕੇ ਆਏ। ਗਇਓ ਹਰੀਪੁਰ ਕੇ ਨਿਕਟ ਗਿਰ ਰੁਚਿਰ ਨਿਹਾਰੇ। ਜਦੋਂ ਹਰੀਪੁਰ ਆ ਕੇ ਪਹੁੰਚੇ, ਪਹਾੜੀ ਰਿਆਸਤ ਹੈ, ਉੱਚੇ ਉੱਚੇ ਪਹਾੜ ਵੇਖੇ, ਦੂਰ ਤੱਕ ਚੋਟੀਆਂ ਵੇਖੀਆਂ। ਸੁੰਦਰ ਬਨ ਉਪਬਨ ਜਹਾਂ ਹਰਿਆਵਲ ਹੋਏ। ਪਹਾੜੀ ਇਲਾਕਾ, ਬੜੇ ਬੜੇ ਸੋਹਣੇ ਦਰਖਤ ਨੇ, ਬਾਗ ਬਗੀਚੇ ਨੇ, ਫਲਦਾਰ ਬੂਟੇ ਲੱਗੇ ਹੋਏ ਨੇ, ਹਰਿਆਵਲ ਹੀ ਹਰਿਆਵਲ ਨਜ਼ਰ ਆਉਂਦੀ ਹੈ। ਹਰਤ ਪਤਰ ਫਲ ਫੂਲ ਗਨ ਸਾਵਨ ਮਲ ਜੋਏ। ਹਰੇ ਰੰਗ ਦੇ ਪੱਤੇ, ਫੁੱਲਾਂ ਤੇ ਫਲਾਂ ਨਾਲ ਲੱਦੇ ਦਰਖਤ ਉਹ ਬਾਬਾ ਸਾਵਣ ਮੱਲ ਜੀ ਵੇਖਦੇ ਨੇ। ਬਿਮਲ ਨੀਰ ਗਨ ਬਾਪ ਕਾ ਗਨ ਰਹੇ ਬਿਹੰਗਾ। ਕਹਿੰਦੇ ਜਲ ਕਈ ਥਾਵਾਂ ਤੋਂ ਵਗ ਰਿਹਾ, ਝਰਨੇ ਵਹਿ ਰਹੇ ਨੇ, ਕਈ ਥਾਵਾਂ ਤੇ ਬੌਲੀਆਂ ਬਣੀਆਂ ਹੋਈਆਂ ਜਲ ਦੀਆਂ, ਬੜਾ ਨਿਰਮਲ ਸਾਫ਼ ਜਲ ਹੈ, ਬੜਾ ਸੁੰਦਰ ਸਵੱਛ, ਔਰ ਪੰਛੀ ਚੋਹ ਚੁਹਾ ਰਹੇ ਹਨ। ਨਰ ਅਵਕੀਰਨ ਜੈ ਕਹਾ ਤਰ ਬੇਖ ਸੁਰੰਗਾ। ਕਹਿੰਦੇ ਜਿੰਨੇ ਉੱਥੇ ਲੋਕ ਨੇ ਬੜੇ ਸੋਹਣੇ ਰੰਗ ਵਾਲੇ, ਗੋਰ ਵਰਣੀਏ ਨੇ, ਕਿਉਂਕਿ ਠੰਡਾ ਇਲਾਕਾ ਹੋਣ ਕਰਕੇ ਸਾਰਿਆਂ ਦੇ ਜਿਹੜੇ ਵਰਣ ਰੰਗ ਨੇ ਉਹ ਸਫੇਦ ਨੇ, ਚਿੱਟੇ ਹਨ। ਸੁੰਦਰ ਸਰਬੰਗਨ ਵਿਖੇ ਤਰੁਣੀ ਗਨ ਹੇਰੀ। ਬੇਅੰਤ ਉੱਥੇ ਇਸਤਰੀਆਂ ਪੁਰਖ ਬੜੇ ਸੋਹਣੇ ਅੰਗਾਂ ਵਾਲੇ, ਸੋਹਣੇ ਸਰੀਰਾਂ ਵਾਲੇ, ਕੱਦ ਕਾਠੀਆਂ ਬਹੁਤੇ ਉੱਚੇ ਲੰਮੇ ਨਹੀਂ ਹਨ, ਪਰ ਬੜੇ ਸੁੰਦਰ ਸਰੀਰ ਹਨ। ਆਂਖ ਕਮਲ ਕੀ ਪਾਖਰੀ ਚਲ ਚਾਲ ਕਨੇਰੀ। ਇਹਨੂੰ ਸ਼ਿੰਗਾਰ ਰਸ ਕਹਿੰਦੇ ਹਨ। ਕਹਿੰਦੇ ਸੁੰਦਰ ਨੇਤਰਾਂ ਵਾਲੇ ਹਨ, ਚਾਲਾਂ ਬੜੀਆਂ ਸੁੰਦਰ ਹਨ। ਗਜ ਗਮਨੀ ਸੁਰ ਕੋਕਲਾ ਕਟ ਕੇ ਹਰ ਜੈਸੀ। ਕਹਿੰਦੇ ਆਵਾਜ਼ ਬੜੀ ਮਿੱਠੀ ਸੁਰੀਲੀ ਹੈ, ਗੱਜ ਦੇ ਵਾਂਗੂ, ਹਾਥੀ ਵਾਂਗੂ ਮਸਤ ਕੇ ਚੱਲਣ ਵਾਲੇ ਹਨ। ਹਾਂਜੀ। ਕੰਠ ਕੁਪੋਤੀ ਸੁੰਦਰੀ ਸਮ ਓਟ ਪ੍ਰਵਾਲਾ। ਜਿਹੜੀਆਂ ਇਸਤਰੀਆਂ ਨੇ ਉਹਨਾਂ ਦੇ ਜਿਹੜੇ ਗਲੇ ਨੇ ਜਿਵੇਂ ਕਬੂਤਰ ਦੀ ਗਰਦਨ ਹੁੰਦੀ ਹੈ, ਉਹਦੇ ਸਮਾਨ ਤੇ ਸੁੰਦਰ ਚਿਹਰੇ ਵਾਲੀਆਂ ਹਨ। ਜੋਗਨ ਕੇ ਧੀਰਜ ਹਰੇ ਐਸੀ ਗਨ ਬਾਲਾ। ਐਸੀਆਂ ਸੁੰਦਰ ਇਸਤਰੀਆਂ ਹਨ ਕਿ ਵੱਡੇ ਵੱਡੇ ਯੋਗੀਆਂ ਤਪਸਵੀਆਂ ਦੇ ਵੀ ਤਪ ਡਾਵਾ ਡੋਲ ਹੋ ਜਾਣ। ਆਨ ਦੇਸ਼ ਅਵਨੀ ਵਿਖੇ ਤਿਸ ਦੇਸ਼ ਸਮਾਨਾ। ਹਰੀਪੁਰ ਦੇ ਇਸ ਇਲਾਕੇ ਵਿੱਚ ਜਿਤਨੇ ਰੂਪਵਾਨ ਲੋਕ ਰਹਿ ਰਹੇ ਹਨ ਉਹ ਕਿਤੇ ਹੋਰ ਦੇਸ਼ ਵਿੱਚ ਨਜ਼ਰ ਨਹੀਂ ਆਉਂਦੇ। ਅਬਲਾ ਕਿਤੋਂ ਹੋਤ ਨੇ ਅਸ ਰੁਚਿਰ ਮਹਾਨਾ। ਇੱਥੋਂ ਦੇ ਜਿਹੜੇ ਸਰੀਰਾਂ ਵਾਲੇ ਲੋਕ ਨੇ, ਇਸਤਰੀਆਂ ਮਰਦਾਂ ਦੇ, ਉਹ ਕਿਤੇ ਹੋਰ ਵੇਖਣ ਨੂੰ ਨਹੀਂ ਨਜ਼ਰ ਆਉਂਦੇ। ਰਾਜਧਾਨੀ ਤੈ ਨ੍ਰਿਪਤ ਕੀ ਨਰ ਗਨ ਧਨਵਾਨਾ। ਔਰ ਹਰੀਪੁਰ ਦੇ ਰਾਜੇ ਦੀ ਰਾਜਧਾਨੀ, ਜਿੱਥੇ ਲੋਕ ਸਭ ਰਾਜੇ ਦੀ ਆਗਿਆ ਮੰਨਦੇ ਨੇ, ਉਹਦੇ ਹੁਕਮ 'ਚ ਚੱਲਦੇ ਨੇ, ਉਹਦੀ ਆਗਿਆ ਤੋਂ ਬਾਹਰ ਨਹੀਂ ਵਿਚਰਦੇ, ਬੜੇ ਧਨਵਾਨ ਲੋਕ ਹਨ। ਬਿਕ ਸੁੰਦਰਤਾ ਅਧਿਕਈ
ਪੁਨ ਨਿਕਟ ਪਿਆਨਾ। ਬਾਬਾ ਸਾਵਣ ਮੱਲ ਜੀ ਵੇਖੀ ਜਾਂਦੇ ਵੀ ਬੜੀ ਸੁੰਦਰਤਾ ਚਾਰੇ ਪਾਸੇ, ਇਲਾਕਾ ਬੜਾ ਸੁੰਦਰ, ਨਗਰ ਬੜਾ ਸੁੰਦਰ, ਲੋਕ ਬੜੇ ਸੁੰਦਰ, ਵਾਤਾਵਰਣ ਬੜਾ ਸੁੰਦਰ। ਉਹ ਵੇਖ ਕੇ ਬਾਬਾ ਸਾਵਣ ਮੱਲ ਜੀ ਹਰੀਪੁਰ ਨਗਰ ਦੇ ਵਿੱਚ ਆ ਪਹੁੰਚੇ। ਰੋਦਨ ਕੋ ਬੜ ਸ਼ਬਦ ਹੋਏ ਸੁਨ ਸ਼੍ਰੋਨ ਮਜਾਰਾ। ਜਦੋਂ ਰਾਜਧਾਨੀ ਵਿੱਚ ਆਏ ਤੇ ਕਹਿੰਦੇ ਨਗਰ 'ਚ ਚੀਖ ਝਿਆੜਾ ਪਿਆ ਹੋਇਆ, ਲੋਕ ਉੱਚੀ ਉੱਚੀ ਰੋ ਰਹੇ ਨੇ, ਕੁਰਲਾਪ ਕਰ ਰਹੇ ਨੇ। ਵੇਖ ਕੇ ਬਾਬਾ ਸਾਵਣ ਮੱਲ ਜੀ ਹੈਰਾਨ ਹੋਏ, ਇਹਨਾਂ ਦੇ ਰੋਣ ਦਾ ਕਾਰਨ ਕੀ ਹੈ। ਉਹਨਾਂ ਨੂੰ ਪੁੱਛ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗਰੀਬ ਨਵਾਜ ਸਤਿਗੁਰਾਂ ਦੀ ਪਾਵਨ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਵਾਹਿਗੁਰੂ 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 हे अच्युत हे पार ब्रह्म ਅਗਨਾਸੀ ਅਗਨਾਸੀ हे पूरन हे सर्वमय ਪੰਜਨ ਗੁਣ ਤਾਸ हे संगी हे निरंकार ਨਿਰਗੁਣ ਸਭ ਟੇਕ हे गोविंद हे गुण निधान ਕੀ ਸਦਾ ਬਬੇ हे अपरंपर हर हरे ਪੀਓ ਅਣਹਾਰ हे संत कै सदा संग ਆਧਾਰ हे ठाकुर हो दासरो ਨਿਰਗੁਣ ਗੁਣ ਨਹੀਂ ਕੋਈ नानक दीजै नाम दान ਕੋਈ ਐ ਪਰੋ आए प्रभ शरणागति ਕਿਰਪਾ ਨਿਧ ਦਿਆਲ एक अखर नानक बस्त ਨਾਨਕ ਓਤ ਨਿਆਲ वाहिगुरु नाम जहाज है ਚੜੇ ਸੋਤਰੇ ਪਾਰ जो शरदा कर सेवंदे ਗੁਰ ਪਾਰੀ ਉਤਾਰ ਨਿਆਰ वाहिगुरु नाम जहाज है ਚੜੇ ਸੋਤਰੇ ਪਾਰ जो शरदा कर सेवंदे ਗੁਰ ਪਾਰੀ ਉਤਾਰ ਨਿਆਰ वाहिगुरु जी का खालसा वाहिगुरु जी की फतेह। साध संगत जी बेनती है कि ਸਰਬੱਤ ਦੇ ਭਲੇ ਵਾਸਤੇ ਰਸ ਭਿੰਨਾ ਕੀਰਤਨ ਸਮਾਗਮ ਅੱਜ ਰਾਤ ਨੂੰ 7 ਤੋਂ 11 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਲ ਰੋਡ ਵਿਖੇ ਇਹ ਗੁਰਮਤਿ ਸਮਾਗਮ ਹੋ ਰਹੇ ਨੇ, ਜਿਨ੍ਹਾਂ ਸਮਾਗਮਾਂ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜੂਰੀ ਰਾਗੀ ਸਿੰਘ ਹਾਜ਼ਰੀਆਂ ਭਰ ਰਹੇ ਹਨ। ਅੱਜ ਰਾਤ ਨੂੰ 7 ਤੋਂ 11 ਵਜੇ ਤੱਕ ਇਹ ਸਮਾਗਮ ਸੱਜ ਰਹੇ ਨੇ। ਆਪ ਜੀ ਹਾਜ਼ਰੀਆਂ ਭਰ ਕੇ ਗੁਰੂ ਜਸ ਸਰਵਣ ਕਰਕੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।